प्रधानमंत्री को सदन में आके बोलना चाहिए। आप दिन भर में 4 बार कपड़े बदलने की फुर्सत आपके पास है, 10 मिनट 20 मिनट आप सदन में आके मणिपुर की हिंसा पे नहीं बोल सकते। ਜਦੋਂ ਰੇਪ ਦੇ ਮੁਲਜ਼ਮ ਬਰੀ ਹੋ ਰਹੇ ਹੋਣ, ਉਹਨਾਂ ਨੂੰ ਪੂਜਿਆ ਜਾ ਰਿਹਾ ਹੋਵੇ ਤੇ ਦੂਜੇ ਪਾਸੇ ਸੁਭਾਵਿਕ ਹੈ ਕਿ ਰੇਪ ਵਰਗੀਆਂ ਘਟਨਾਵਾਂ ਘਟਣਗੀਆਂ ਨਹੀਂ। ਦੇਸ਼ ਦੇ ਵਿੱਚ ਬੇਟੀ ਬਚਾਓ ਅੰਦੋਲਨ ਕਰਨ ਦੇ ਜੇ ਉਤਰਾ ਤੁਸੀਂ ਕਹਿੰਦੇ ਜਿਵੇਂ ਭਾਰਤ ਮਾਤਾ ਹੈ ਤੇ ਮਾਤਾ ਦਾ ਫੂਟ ਦਾ ਵੇਖੋ ਤੁਸੀਂ ਅੱਜ ਕਿੱਥੇ ਸਮ੍ਰਿਤੀ ਇਰਾਨੀ ਜਿਹੜੀ ਹੈ ਵਿਮਨ ਇੰਪਾਇਰਮੈਂਟ ਦੀ ਗੱਲ ਕਰਦੀ ਹੈ, ਕਿੱਥੇ ਚੁੱਪ ਕਰਕੇ ਬੈਠੀ ਹੈ। ਜੋ ਮਨੀਪੁਰ ਦੀ ਕੰਡੀਸ਼ਨ ਹੈ, ਮੈਨੂੰ ਲੱਗਦਾ ਕਿ ਇੱਥੇ ਤਾਂ ਪ੍ਰੈਜ਼ੀਡੈਂਟ ਰੂਲ ਦੀ ਗੱਲ ਹੋਣੀ ਚਾਹੀਦੀ ਹੈ, ਪਰ ਹਾਲੇ ਤੱਕ ਕਿਸੇ ਨੇ ਨਹੀਂ ਛੇੜੀ। ਸਾਡੇ ਪ੍ਰੈਜ਼ੀਡੈਂਟ ਨੇ ਦ੍ਰੋਪਦੀ ਮੁਰਮੂ, ਉਹ ਘੱਟ ਗਿਣਤੀਆਂ 'ਚੋਂ ਆਉਂਦੇ ਆ। ਅੱਜ ਪ੍ਰੈਜ਼ੀਡੈਂਟ ਦਾ ਕੀ ਇਖਤਿਆਰ ਹੋਣਾ ਚਾਹੀਦਾ ਸੀ ਮਨੀਪੁਰ ਨੂੰ ਲੈ ਕੇ? ਕੀ ਇਸ ਮੌਕੇ ਪ੍ਰੈਜ਼ੀਡੈਂਟ ਦਾ ਉੱਥੇ ਜਾਣਾ ਠੀਕ ਨਹੀਂ ਹੈ ਜਾਂ ਠੀਕ ਹੈ, ਜਾਂ ਉਹਦੇ ਵਿੱਚ ਇਸ ਮਸਲੇ ਦੇ ਵਿੱਚ ਇੰਟਰਵੀਨ ਕਰਕੇ ਗਵਰਨਮੈਂਟ ਨੂੰ ਕੁਝ ਕਹਿਣਾ ਕਿ ਉਹਨਾਂ ਦੇ ਇਖਤਿਆਰ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ? ਸੁਪਰੀਮ ਕੋਰਟ ਦੇ ਵੀ ਜੱਜ ਨੇ ਦਖਲ ਦਿੱਤਾ ਨਾ, ਵੀ ਉਹਨਾਂ ਨੇ ਪੀਐਮ ਨੂੰ ਆਖਿਆ ਵੀ ਜੇ ਤੁਹਾਡੇ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਬਿਲਕੁਲ ਇਹਦੇ ਵਿੱਚ ਰਾਸ਼ਟਰਪਤੀ ਵੀ ਜਾ ਸਕਦੇ ਆ, ਕੋਈ ਵੱਡੀ ਗੱਲ ਨਹੀਂ। ਬਿਲਕੁਲ ਬੋਲਣਾ ਚਾਹੀਦਾ ਸੀਗਾ, ਐਂਡ ਐਜ਼ ਐਨ ਔਰਤ ਵੀ ਬੋਲਣਾ ਚਾਹੀਦਾ ਸੀਗਾ, ਐਜ਼ ਅ ਟ੍ਰਾਈਬਲ ਵੀ ਬੋਲਣਾ ਚਾਹੀਦਾ ਸੀ। ਤੁਸੀਂ ਮੈਂ ਵੀ ਨਾਰਮਲ ਸਿਟੀਜ਼ਨਸ ਜੇ ਆਪਾਂ ਬੋਲ ਸਕਦੇ ਆ ਤਾਂ ਜਿਹੜੇ ਪੋਜੀਸ਼ਨ ਆਫ ਪਾਵਰ 'ਚ ਹੈ ਉਹਨਾਂ ਨੂੰ ਤਾਂ ਚੀਖ ਕੇ ਬੋਲਣਾ ਚਾਹੀਦਾ। ਪ੍ਰਧਾਨ ਮੰਤਰੀ ਦੀ ਹਰ ਪੱਤਰਕਾਰ ਇੰਟਰਵਿਊ ਨਹੀਂ ਕਰ ਸਕਦਾ, ਪਰ ਕੋਈ ਕਲਾਕਾਰ ਜ਼ਰੂਰ ਇੰਟਰਵਿਊ ਕਰ ਸਕਦਾ ਹੈ ਨਾ। ਵੀ ਕੀ ਪੋਲੀਟੀਕਲ ਪਾਰਟੀਆਂ ਦੀ ਪੋਲੀਟੀਕਲ ਆਈਡੀਓਲੋਜੀ ਅਲਾਉ ਨਹੀਂ ਕਰ ਰਹੀ ਵੀ ਪ੍ਰੈਜ਼ੀਡੈਂਟ ਰੂਲ ਦੀ ਡਿਮਾਂਡ ਕਰੋ? ਕੋਈ ਸ਼ੱਕ ਨਹੀਂ, ਬਿਲਕੁਲ ਤੁਸੀਂ ਬੜਾ ਵਾਜਬ ਕੁਐਸਚਨ ਪੁੱਛਿਆ, ਕੋਈ ਸ਼ੱਕ ਨਹੀਂ। ਮੇਰੇ ਮਨ 'ਚ ਗੱਲ ਖੜਦੀ ਆ ਵੀ ਇਹ ਕਿਉਂ ਨਹੀਂ ਕੀਤੀ। 35 ਲੱਖ ਦੀ ਇੱਕ ਆਬਾਦੀ ਵਾਲਾ ਪ੍ਰਾਂਤ ਹੈ ਜਿੱਥੇ ਇੱਕ ਐਕਸਪੈਰੀਮੈਂਟ ਕੀਤਾ ਗਿਆ, ਇਹਨੂੰ ਲੈਬੋਰੇਟਰੀ ਬਣਾ ਕੇ ਦੇਖਿਆ ਗਿਆ ਕਿ ਕਰਕੇ ਦੇਖੋ। ਉਹਦਾ ਨਤੀਜਾ ਕੀ ਹੋਇਆ ਕਿ ਲੋਕ ਜਿਵੇਂ ਆਪਾਂ 47 ਦੇ ਫੱਟ ਸਹੇ ਹੈ, ਆਪਣੇ ਯਾਦਾਂ ਹੈਗੀਆਂ, ਆਪਾਂ ਸੁਣੀਆਂ ਨੇ, ਉਹਨਾਂ ਨਾਲ ਅੱਜ ਦੀ ਡੇਟ 'ਚ ਇਨ ਦਿਸ ਡੇ ਐਂਡ ਇਹੋ ਜਿਹਾ। ਹਲੇ ਤਾਂ ਇੰਟਰਨੈਟ ਬੰਦ ਹੈ, ਪਤਾ ਨਹੀਂ ਕੀ ਕੁਛ ਹੋਇਆ ਜੀ ਉੱਥੇ, ਪਤਾ ਨਹੀਂ ਕੀ ਹੋਇਆ। ਜਦੋਂ ਆਬਾਦੀਆਂ ਹੀ ਵੰਡੀਆਂ ਗਈਆਂ ਤਾਂ ਆਪਾਂ ਸਭ ਜਾਣਦੇ ਕਿ ਬਟਵਾਰੇ ਵੇਲੇ ਕੀ ਹੁੰਦਾ। ਅੱਛਾ, ਫੌਜ ਤੇ ਪੁਲਿਸ ਜਿਹੜੀ ਖੜੀ ਆ ਉਹ ਕਹਿੰਦੇ ਜੀ ਅਸੀਂ ਬੇਬਸ ਹਾਂ, ਸਾਨੂੰ ਆਰਡਰ ਹੀ ਨਹੀਂ ਲਾਇਆ ਕੋਈ, ਸਾਨੂੰ ਸਿਰਫ ਇਹ ਕਿਹਾ ਕਿ ਇਹਨਾਂ ਨੂੰ ਅੱਡ ਰੱਖ ਲਓ ਬਸ। ਇੱਕ ਸਾਈਡ ਤਾਂ ਮੁਲਕ ਦੇ ਵਿੱਚ ਇਹੋ ਜਿਹੀ ਘਿਨਾਉਣੀ ਹਰਕਤਾਂ ਹੋ ਰਹੀਆਂ ਨੇ, ਰੇਪ ਹੋ ਰਿਹਾ, ਦੂਜੇ ਪਾਸੇ ਰੇਪ ਵਿਕਟਿਮਸ ਨੂੰ ਬੇਲਸ ਮਿਲ ਰਹੀਆਂ ਨੇ। ਤੁਸੀਂ ਵਰਤਾਰਾ ਦੇਖੋ ਕਿ ਕੀ ਵਾਪਰ ਰਿਹਾ, ਪੈਰਲਲ ਬੇਲਸ ਮਿਲ ਰਹੀਆਂ ਨੇ। ਜਦੋਂ ਤੁਸੀਂ ਰੇਪਿਸਟ ਨੂੰ ਸਟੇਜ ਤੇ ਚੜਾ ਕੇ ਹਾਰ ਪਵਾਉਂਦੇ ਹੋ, ਧਾਲੀਵਾਲ ਸਾਹਿਬ ਕੀ ਮੈਸੇਜ ਆ? ਤੇ ਜਦੋਂ ਨਫ਼ਰਤ ਨੂੰ ਅਪਰੂਵ ਕਰਨ ਵਾਲੇ ਦੇਸ਼ ਦੇ ਸਭ ਤੋਂ ਵੱਡੀਆਂ ਪੋਸਟਾਂ ਤੇ ਬੈਠੇ ਹੋਣ ਸਰ, ਤਾਂ ਫਿਰ ਹਰਸ਼ਾਦ ਟੋਲੂ ਬੈਠਾ ਹੈ, ਅੰਜਾਮੇ ਗੁਲਸਤਾਂ ਕਿਆ ਹੋਗਾ? ਹੁਣ ਤਾਂ ਇਹਨਾਂ ਦਾ ਕੰਡਾ ਕੱਢਣਾ ਪੈਣਾ। ਜੇ ਦੇਸ਼ ਬਚਾਉਣਾ ਤਾਂ ਆਪਾਂ ਨੂੰ ਸਭ ਨੂੰ ਇਕੱਠੇ ਹੋਣਾ ਪੈਣਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਗੱਲ ਮਨੀਪੁਰ ਘਟਨਾ ਤੇ ਚਰਚਾ ਕਿਉਂ ਨਹੀਂ ਹੋ ਰਹੀ, ਇਸ ਬਾਬਤ ਚਰਚਾ ਕਰਾਂਗੇ। ਸੰਸਦ 'ਚ ਚਰਚਾ ਹੋ ਨਹੀਂ ਰਹੀ ਜਾਂ ਕਰਨ ਨਹੀਂ ਦਿੱਤੀ ਜਾ ਰਹੀ, ਇਹ ਦੋਵਾਂ ਦੇ ਵਿੱਚ ਫਰਕ ਹੈ। ਪਿਛਲੇ 3 ਮਹੀਨਿਆਂ ਤੋਂ ਮਨੀਪੁਰ ਨਫ਼ਰਤ ਦੀ ਅੱਗ ਦੇ ਵਿੱਚ ਝੁਲਸ ਰਿਹਾ ਹੈ। ਇਹ ਨਫ਼ਰਤ ਦੀ ਅੱਗ 2 ਫਿਰਕਿਆਂ ਦੇ ਵਿੱਚ ਪੈਦਾ ਹੋਈ ਹੈ ਔਰ ਉਹਦੇ ਵਿੱਚੋਂ ਸਿਆਸਤ ਵੀ ਸਾਫ਼-ਸਾਫ਼ ਨਜ਼ਰ ਆ ਰਹੀ ਹੈ। ਕੁਝ ਸਿਆਸਤਦਾਨਾਂ ਨੇ ਸੱਤਾ ਦੀ ਪੌੜੀ ਤੀਕਰ ਜਾਣ ਲਈ ਇਸ ਸਿਆਸਤ ਨੂੰ ਇੰਨਾ ਗੰਧਲਾ ਕਰ ਦਿੱਤਾ ਕਿ ਲੋਕਾਂ ਦਾ ਇਸ ਲੋਕਤੰਤਰ ਤੋਂ ਵਿਸ਼ਵਾਸ ਵੀ ਉੱਠਣ ਲੱਗਿਆ। ਇੱਕ ਪਾਸੇ ਜਦੋਂ ਰੇਪ ਦੇ ਮੁਲਜ਼ਮ ਬਰੀ ਹੋ ਰਹੇ ਹੋਣ, ਸਜ਼ਾ ਉਹਨਾਂ ਦੀ ਘਟ ਰਹੀ ਹੋਵੇ, ਉਹਨਾਂ ਨੂੰ ਪੂਜਿਆ ਜਾ ਰਿਹਾ ਹੋਵੇ, ਤੇ ਦੂਜੇ ਪਾਸੇ ਸੁਭਾਵਿਕ ਹੈ ਕਿ ਰੇਪ ਵਰਗੀਆਂ ਘਟਨਾਵਾਂ ਘਟਣਗੀਆਂ ਨਹੀਂ, ਉਸਦੇ ਉਲਟ ਵਾਪਰਨਗੀਆਂ ਤੇ ਜੋ ਵਾਪਰ ਵੀ ਰਹੀਆਂ ਨੇ। ਮਨੀਪੁਰ ਤੋਂ ਇਲਾਵਾ ਅਸੀਂ ਬਾਕੀ ਥਾਵਾਂ ਤੇ ਕਿਉਂ ਨਹੀਂ ਦੇਖ ਰਹੇ, ਸਾਨੂੰ ਉਹ ਵੀ ਦੇਖਣ ਦੀ ਜ਼ਰੂਰਤ ਹੈ। ਮਨੀਪੁਰ ਦੀ ਘਟਨਾ ਨੇ ਪੂਰੇ ਮੁਲਕ ਨੂੰ ਸ਼ਰਮਸਾਰ ਕੀਤਾ। ਮਨੀਪੁਰ ਦੀ ਘਟਨਾ ਨੇ ਦਿਲ ਵੀ ਦਹਿਲਾਇਆ ਔਰ ਅੱਖਾਂ ਝੁਕਾ ਦਿੱਤੀਆਂ ਨੇ। ਮਨੀਪੁਰ ਨੰਗਾ ਨਹੀਂ ਹੋਇਆ, ਮੁਲਕ ਨੰਗਾ ਹੋਇਆ। ਔਰਤ ਨੰਗੀ ਨਹੀਂ ਹੋਈ, ਪੂਰੇ ਮੁਲਕ ਦੀ ਇੱਜ਼ਤ ਨੰਗੀ ਹੋ ਗਈ ਹੈ। ਔਰ ਮਨੀਪੁਰ ਦੀ ਇਸ ਘਟਨਾ ਦੇ ਉੱਤੇ ਸਿਆਸਤ ਕੌਣ ਕਰ ਰਿਹਾ ਹੈ? ਮਨੀਪੁਰ ਦੀ ਘਟਨਾ ਦੇ ਜ਼ਰੀਏ ਸੱਤਾ ਦੀ ਪੌੜੀ ਕੌਣ ਚੜ੍ਹਨਾ ਚਾਹ ਰਿਹਾ ਹੈ? ਇਸ ਦੇ ਉੱਤੇ ਵੀ ਗੱਲ ਕਰਨੀ ਚਾਹੀਦੀ ਹੈ। ਮਨੀਪੁਰ ਦੇ
ਜਿਹੜੇ ਸਾਜ਼ਿਸ਼ ਘਾੜੇ ਹੈ ਔਰ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਕਿਹੋ ਜਿਹੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ, ਅੱਜ ਇਸ ਉੱਤੇ ਵੀ ਚਰਚਾ ਕਰਾਂਗੇ। ਪਰ ਸੰਸਦ ਤੇ ਸੜਕਾਂ ਸੰਗਰਾਮ ਦੇ ਵਿੱਚ ਬਦਲ ਚੁੱਕੀਆਂ ਨੇ। ਸੰਸਦ ਦੇ ਵਿੱਚ ਚਰਚਾ ਨੂੰ ਲੈ ਕੇ ਕਿਹੋ ਜਿਹੀਆਂ ਮੁxtਲਿਫ ਬਿਆਨਬਾਜ਼ੀਆਂ ਨੇ, ਇੱਕ ਵਾਰੀ ਉਹ ਸੁਣਦੇ फिर चर्चा करेंगे। मैं सदन में चर्चा के लिए तैयार हूं। मुझे मालूम नहीं है कि विपक्ष क्यों चर्चा करने देना नहीं चाहता है। मेरा विपक्ष के नेता को आग्रह है कि चर्चा होने दे और इस महत्वपूर्ण मसले पर पूरे देश के सामने सच्चाई जाए, बहुत महत्वपूर्ण है। लेकिन आज मणिपुर जल रहा है, रेप हो रहे हैं। मणिपुर में मकाना जला है और आप वहां मणिपुर की बात हम कर रहे हैं, मणिपुर की बात हम कर रहे हैं। प्राइम मिनिस्टर ईस्ट इंडिया की बात कर रहे हैं। हाँ, इंडिया मीन्स ईस्ट इंडिया बोल रहे हैं। मणिपुर की घटनाओं को लेकर कठोर से कठोर कार्रवाई किए जाने की बात हमारे प्रधानमंत्री जी ने कही है और हम चाहते हैं कि मणिपुर की घटना पर संसद में चर्चा हो। मैंने ऑल पार्टी मीटिंग में स्वयं भी इस बात को कहा है और आज मैं फिर से सदन में दोहराना चाहता हूं कि हम चाहते हैं कि मणिपुर की घटना पर संसद में चर्चा होनी चाहिए। क्या मणिपुर के लोग इंसान नहीं है? क्या मणिपुर भारत का हिस्सा नहीं है? अगर इस प्रकार की दरिंदगी, हैवानियत और हत्या की घटनाएं वहां हो रही हैं, तो आप खामोश कैसे रह सकते हैं? और मैंने कौन सा गुनाह कर दिया ये मांग करके कि प्रधानमंत्री को सदन में आके जवाब देना चाहिए, प्रधानमंत्री को सदन में आके बोलना चाहिए। आप दिन भर में 4 बार कपड़े बदलने की फुर्सत आपके पास है, 10 मिनट 20 मिनट आप सदन में आके मणिपुर की हिंसा पे नहीं बोल सकते? एक ऐसा स्टेट जो जल रहा है और आपका मुख्यमंत्री कह रहा है कि ऐसी सैकड़ों घटनाएं हुई हैं यहां पे नंगा करके महिलाओं को घुमाने की। एक पासे कपड़े बदले जा रहे हैं, दूसरे पासे कपड़े लाहे जा रहे हैं। ਇਹ ਨਾ ਕੇਵਲ ਪੰਜਾਬ ਮੁਲਕ ਦੇ ਵਿੱਚ ਪਹਿਰਾਵੇ ਦੀ ਸਿਆਸਤ ਨੇ ਬਹੁਤ ਲੋਕਾਂ ਦੇ ਵਿਚਾਰ ਤੇ ਖਿਆਲ ਲੁੱਟੇ ਆ। ਪੰਜਾਬ ਦੀ ਸਿਆਸਤ 'ਚ ਮਨੀਪੁਰ ਨੂੰ ਲੈ ਕੇ ਕਿਹੋ ਜਿਹੀਆਂ ਬਿਆਨਬਾਜ਼ੀਆਂ, ਕੀ ਰੱਦ-ਏ-ਅਮਲ ਹੈ, ਉਹਨਾਂ ਨੂੰ ਸੁਣ ਕੇ ਫਿਰ ਚਰਚਾ ਨੂੰ ਅੰਜਾਮ ਦੇਵਾਂਗੇ। ਵੱਧ ਸ਼ਰਮ ਦੀ ਘਟਨਾ, ਜਿਹੜੀ ਸ਼ਰਮਨਾਕ ਗੱਲ ਇਹ ਹੈ ਕਿ 2 ਮਹੀਨੇ ਤੱਕ ਮੋਦੀ ਜੀ ਦਾ ਉਸ ਤੇ ਕੋਈ ਬਿਆਨ ਨਹੀਂ ਆਉਂਦਾ। महिला विकास मंत्री उत्थे जाके विजिट तक नहीं करते। सो उस स्टेट दे विच, उस देश दे विच साडियां महिलावां अपने आप नूं किन्ना कुछ सुरक्षित महसूस करदियां ने, सारे देश दे सामने आ रहा। देश दियां धीआं दी रक्षा करना, भैणां दी रक्षा करना सरकारां दी, सेंटर सरकार दी जिम्मेवारी है और उन्होंने निभानी चाहिए है। उत्ते गल करनी चाहिए है कि अगर तुसीं किसी दा गला घुटना उन्होंने गल भी नहीं करन देनी तो लोग उन्होंने बर्दाश्त नहीं करूगे। ਇਹ ਤਾਂ ਇੱਕ ਵੀਡੀਓ ਵਾਇਰਲ ਹੋਈ ਹੈ ਵੀ 100 FIR ਨੇ, ਉਸ ਦੇ ਬਾਵਜੂਦ ਵੀ ਉਸ ਸਰਕਾਰ ਦੇ ਉੱਤੇ, ਉਸ ਸੂਬੇ ਦੇ ਵਿੱਚ ਲੋਕਾਂ ਨੂੰ ਮਰਨ ਦੇ ਲਈ, ਧੀਆਂ ਭੈਣਾਂ ਦੀ ਇੱਜ਼ਤਾਂ ਨੂੰ ਲੁੱਟਣ ਲਈ ਛੱਡਿਆ ਗਿਆ। ਐਦਾਂ ਦੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿੱਦਾਂ ਨੀਂਦ ਆ ਸਕਦੀ ਹੈ? ਐਦਾਂ ਜਿਹੜਾ ਮੁੱਦਾ ਚੱਕਦਾ, ਜੇ ਮੁੱਦਾ ਚੱਕੋ ਪਾਰਲੀਮੈਂਟ ਦੇ ਵਿੱਚ ਉਹਨੂੰ ਸਸਪੈਂਡ ਕਰ ਦਿੰਦੇ ਨੇ। आप सोच के देखिए, जो मणिपुर में हुआ है वो पंजाब में भी हो सकता है। हालांकि जुल्म करना अगर पाप है तो जुल्म सहना उससे भी बड़ा पाप है। बाबा नानक ने कहा, सो क्यों मंदा आखिए जित जम्मे राजान, उसे बुरा क्यों कहिए। नंगा करके अगर उनकी परेड की जाती है, जिस देश में दुर्गा माता की पूजा की जाती है, अगर उस देश में औरत को नग्न अवस्था में जलील किया जाएगा तो ये प्रमाण है एक डिक्टेटरशिप का। तरह मैनू शर्म आती है कि मैं उस भारत च रह रहा जिथे इस तरह दी घटनाक्रम हो रहे हैं। पर देश का प्रधानमंत्री अज 1.5 महीना बीत जाने के बावजूद कोई ਇਹਦੇ ਤੇ ਟਿੱਪਾ ਟਿੱਪਣੀ ਇਸ ਗੱਲ ਤੇ ਜਵਾਬ ਨਹੀਂ ਦਿੱਤਾ। ਨੰਗਾ ਬਹੁਤ ਕੁਝ ਹੈ, ਸਾਡੀ ਅੱਖ ਪਰਖਣ ਵਾਲੀ ਹੋਣੀ ਚਾਹੀਦੀ ਹੈ ਕੀ ਕੁਝ ਨੰਗਾ ਕਰ ਦਿੱਤਾ ਗਿਆ ਹੈ ਇੱਥੋਂ ਦੀ ਸਾਊਦੀ ਸਿਆਸਤ ਨੇ। ਆਓ ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰਫ ਕਰਵਾਉਂਦੇ ਹੋਏ ਉਹਨਾਂ ਦਾ ਇਸਤਕਬਾਲ ਕਰਾਂਗੇ। ਕਾਂਗਰਸ ਤੋਂ ਨਰਿੰਦਰ ਸੰਧੂ ਸਾਹਿਬ ਤਸ਼ਰੀਫ ਲੈ ਕੇ ਆਏ, ਜਨਾਬ ਜੀ ਆਇਆਂ ਨੂੰ। ਆਮ ਆਦਮੀ ਪਾਰਟੀ ਤੋਂ ਹਬਾਬ ਗਰੇਵਾਲ ਸਾਹਿਬ ਆਪਣੀ ਗੱਲਬਾਤ ਰੱਖਣਗੇ, ਤੁਹਾਡਾ ਇਸਤਕਬਾਲ ਹੈ ਇਸ ਚਰਚਾ ਦੇ ਵਿੱਚ। ਸੰਤ ਸਾਹਿਬ, ਬਿਨਾਂ ਕਿਸੇ ਦੇਰੀ ਤੋਂ ਸਵਾਲ ਤੁਹਾਡੇ ਤੋਂ ਹੈ, ਸਿੱਧਾ ਤੇ ਸਪਸ਼ਟ ਹੈ। ਜੇਕਰ ਅਸੀਂ ਕਿਸੇ ਮੁੱਦੇ ਦੇ ਉੱਤੇ ਗੱਲ ਨਹੀਂ ਕਰਾਂਗੇ, ਕੋਈ ਚਰਚਾ ਨਹੀਂ ਹੋਏਗੀ,
ਤੇ ਰੌਲਾ ਰੱਪਾ ਹੀ ਪੈਂਦਾ ਰਹੂਗਾ ਤੇ ਮੈਨੂੰ ਲੱਗਦਾ ਉਹਦੇ ਹੱਲ ਵੱਲ ਵੀ ਨਹੀਂ ਵਧਿਆ ਜਾ ਸਕਦਾ। ਬਿਲਕੁਲ ਠੀਕ ਗੱਲ ਹੈ ਤੁਹਾਡੀ ਨਵਜੋਤ ਜੀ, ਕੋਈ ਸ਼ੱਕ ਨਹੀਂ ਇੱਥੇ ਨੈਗੋਸੀਏਸ਼ਨ ਵਾਲੀ ਗੱਲ ਬਣਦੀ ਜੀ, ਪਰ ਅਸੀਂ ਕਿੱਥੇ ਨਾ ਕੀਤੀ। ਇਹਨਾਂ ਨੂੰ ਅੱਜ 2.5 ਮਹੀਨੇ ਬਾਅਦ ਚੇਤਾ ਆਇਆ, ਤੇ ਉਹ ਵੀ ਜਦੋਂ ਚੇਤਾ ਆਇਆ ਤੇ ਤੁਸੀਂ ਵੇਖਿਆ ਵੀ ਫਿਰ ਉਸ ਜਿਹੜਾ ਕੋਲੈਬੋਰੇਸ਼ਨ ਅਸੀਂ ਕੀਤੀ ਇੰਡੀਆ, ਉਹਨੇ ਤੇ ਤੰਜ਼ ਕੱਸਣ ਲੱਗ ਪਏ ਵੀ ਤੁਹਾਡੀ ਈਸਟ ਇੰਡੀਆ ਕੰਪਨੀ ਆ ਜਾਂ ਇਹ ਹੋਰ ਕਿਸੇ ਫੈਡਰੇਸ਼ਨ ਨਾਲ ਜੁੜ ਕੇ ਲੱਗਣਾ, ਵੀ ਤੁਸੀਂ ਜਿਸ ਚੀਜ਼ ਦੀ ਚਰਚਾ ਕਰਨੀ ਉਸ ਚੀਜ਼ ਦੀ ਚਰਚਾ ਕਰੋ। ਜਦੋਂ ਇਹਨਾਂ ਦੇ ਪ੍ਰੈਸ਼ਰ ਪਿਆ ਫਿਰ ਕਹਿੰਦੇ ਜੀ ਹੁਣ ਆਓ। ਅਸੀਂ ਕਦੋਂ ਨਾ ਕੀਤੀ? ਅਸੀਂ ਤੇ ਨਾ ਕੀਤੀ ਨਹੀਂ, ਅਸੀਂ ਇੱਕ ਦਿਨ ਵੀ ਨੇ ਚ ਨਾ ਨਹੀਂ ਕੀਤੀ। ਅਸੀਂ ਤੇ ਸਰਕਾਰ ਦੇ ਕੰਨ ਖੋਲੇ ਆ, ਸਹੀ ਪੁੱਛੋ ਤੇ ਅਸੀਂ ਇਹਨਾਂ ਨੂੰ ਆਖਿਆ ਵੀ ਤੁਸੀਂ ਦੇਸ਼ ਦੇ ਵਿੱਚ ਬੇਟੀ ਬਚਾਓ ਅੰਦੋਲਨ ਕਰਨ ਦੇ ਜੇ, ਉਸ ਤਰ੍ਹਾਂ ਤੁਸੀਂ ਕਹਿੰਦੇ ਜੇ ਵੀ ਭਾਰਤ ਮਾਤਾ ਹੈ ਤੇ ਇੱਥੇ ਮਾਤਾ ਦਾ ਹੋਣ ਕਿਹੜਾ ਵੇਖੋ, ਤੁਸੀਂ ਧੀਆਂ ਨਾਲ ਬੇਟੀਆਂ ਨਾਲ ਸਾਡੀ ਹੋਣ ਕਿਹੜਾ, ਸਾਨੂੰ ਤੇ ਸ਼ਰਮ ਨਾਲ ਸਹੀ ਪੁੱਛੋ ਤੇ ਸਾਨੂੰ ਡੁੱਬ ਮਰਨਾ ਚਾਹੀਦਾ। ਸਾਡੇ ਵਾਸਤੇ ਕਿੱਡੀ ਕੁ ਸ਼ਰਮਿੰਦਗੀ ਦੀ ਗੱਲ ਹੈ ਤੇ ਇਹਦੇ ਉੱਤੇ ਵੀ ਸਿਆਸਤ ਕਰਨ ਲੱਗ ਪਿਆ। ਸਦਨ ਦੇ ਵਿੱਚ ਤੁਸੀਂ ਵੇਖਿਆ ਆਉਂਦੇ ਪ੍ਰਧਾਨ ਮੰਤਰੀ ਦਿੰਦੇ ਜਵਾਬ, ਕਿਉਂ ਨਹੀਂ ਆਏ? ਹਾਂ ਜਵਾਬ ਦਿੰਦੇ ਨਾ। ਅੱਜ ਕਿੱਥੇ ਸਮ੍ਰਿਤੀ ਇਰਾਨੀ ਜਿਹੜੀ ਹੈ ਵਿਮਨ ਐਮਪਾਵਰਮੈਂਟ ਦੀ ਗੱਲ ਕਰਦੀ ਹੈ, ਕਿੱਥੇ ਚੁੱਪ ਕਰਕੇ ਬੈਠੀ ਹੈ, ਕੋਈ ਗੱਲ ਨਹੀਂ ਹੁੰਦੀ। ਇਹ ਤੇ ਨਵਜੋਤ ਜੀ ਇਹ ਤਾਂ ਕੋਈ ਬਹਿਸ ਕਰਨ ਦਾ ਮੁੱਦਾ। ਦੇਖੋ ਅਸੀਂ ਵੀ ਸ਼ਾਂਤੀ ਮਾਰਚ ਕੱਢ ਕੇ ਅਸੀਂ, ਤੁਸੀਂ ਵੇਖਿਆ ਇਹਨਾਂ ਨੇ ਅੱਜ ਆਮ ਆਦਮੀ ਵਾਲੀ ਪਾਰਟੀ ਨੇ ਕੱਢਿਆ ਤੇ ਅਸੀਂ ਵੀ ਜਿਹੜਾ ਮੌਨ ਵਰਤ ਰੱਖਿਆ ਸੀ, ਪਰ ਸ਼ਰਮਨਾਕ, ਇਸ ਤੋਂ ਸ਼ਰਮਨਾਕ ਗੱਲ ਦੇਖੋ ਹੋ ਹੀ ਨਹੀਂ ਸਕਦੀ। ਤੇ ਗੱਲ ਵੇਖੋ ਵਿੱਚੋਂ ਨਿਕਲੂਗੀ ਕੀ, ਵੀ ਮਤਈ ਤੇ ਕੁੱਕੀ, ਮਤਈ ਜਿਹੜੇ ਉੱਥੇ ਨੇ ਉਹ ਬਹੁ ਜਿਹੜੇ ਸਮਾਜ ਜਿਹੜਾ ਉੱਚਾ ਵਰਗ ਆ ਉਹਨਾਂ ਦਾ ਉੱਥੇ ਜ਼ਿਆਦਾ ਦਬਦਬਾ, ਸਾਰੇ ਰਾਜ ਸੀ ਤੁਹਾਨੂੰ ਪਤਾ, ਉਹਨਾਂ ਦਾ ਮੁੱਖ ਮੰਤਰੀ ਵੀ ਉਹਨਾਂ, ਤੇ ਜਿਹੜੇ ਕੁੱਕੀ ਤੇ ਨਾਗਾ ਨੇ ਉਹਨਾਂ ਕੋਲ ਵਿਚਾਰਿਆ ਕੋਲ 90% ਜ਼ਮੀਨ ਆ, ਉਹ ਆਪਣੇ ਜਿਹੜੇ ਕਹਿੰਦੇ ਆ ਵੀ ਸਾਡੇ ਦਰਖਤ ਨਾ ਵੱਢੇ ਜਾਣ, ਸਾਨੂੰ ਇਲਾਕਾ ਸਾਡਾ ਛੱਡ ਦਿਓ। ਪਰ ਤੁਸੀਂ ਵੇਖ ਰਿਹਾ ਵੀ ਪਿਛਲੇ ਦਿਨਾਂ ਕਿ ਸਿਆਸਤ 'ਚ ਲਾਲਸਾ ਇੰਨੀ ਜ਼ਿਆਦਾ ਵੱਧ ਰਹੀ ਵੀ ਖਾਸ ਤੌਰ ਤੇ ਜ਼ਮੀਨਾਂ ਵਾਸਤੇ ਤੇ ਨੇਤਾ ਲੋਕ ਮਰੇ ਜਾਣ ਡੇ, ਤੇ ਉਹ ਕਹਿੰਦੇ ਵੀ ਉਹ ਤੁਸੀਂ ਕਬਜ਼ਾ ਨਾ ਕਰ ਲਈਏ। ਉਹ 15,000 ਜਿਹੜੀ ਜ਼ਮੀਨ ਉਹਨਾਂ ਦੇ ਵਿਚਾਰਿਆਂ ਦੀ ਗਰੀਬਾਂ ਦੀ ਖੋਹਣ ਡੇ, ਤੇ ਇਲਜ਼ਾਮ ਕੀ ਲਾਣ ਡੇ ਉੱਤੇ? ਅਫੀਮ ਪੈਦਾ ਕਰਦੇ। ਮਤਲਬ ਉਹ ਸ਼ੁਰੂ ਤੋਂ ਕੋਟੀ ਖਾਂਦੇ ਆਏ, ਪਹਿਲੋਂ ਅੰਗਰੇਜ਼ ਸੀ, ਫਿਰ ਰਾਜੇ ਆ ਕੇ, ਫਿਰ 72 ਚ ਮਸਾਂ ਆਜ਼ਾਦ ਹੋਇਆ। ਉਹ ਕਹਿੰਦੇ ਅਸੀਂ ਕੀ ਆਜ਼ਾਦ ਹੈ। ਤੁਸੀਂ ਵੇਖੀਏ ਕਈ ਵੀਡੀਓ ਸਾਹਿਬ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਦਾ ਵੀ ਬਹੁਤ ਵੱਡਾ ਦੋਸ਼ ਹੈ। ਜਦੋਂ ਪਾਰਟੀਆਂ ਨੇ ਜਾਤ ਦੀ ਰਾਜਨੀਤੀ ਕੀਤੀ, ਧਰਮ ਦੀ ਰਾਜਨੀਤੀ ਕੀਤੀ, ਫਿਰਕਿਆਂ ਦੀ ਰਾਜਨੀਤੀ ਕੀਤੀ, ਫਿਰ ਲੋਕ ਇਸ ਅੱਗ 'ਚ ਅਕਸਰ ਝੁਲਸਦੇ ਆ। ਪਰ ਧਾਰੀਵਾਲ ਜੀ ਠੀਕ ਹੈ ਕੀਤੀ ਹੋਊਗੀ, ਪਰ ਮੈਂ ਇਹ ਠੋਕ ਕੇ ਕਹਿੰਦਾ ਵੀ ਕਾਂਗਰਸ ਨੇ ਕਦੀ ਵੀ ਇਸ ਤਰੀਕੇ ਦੀ ਰਾਜਨੀਤੀ ਨਹੀਂ। ਧਰਮ ਨਿਰਪੇਖ ਪਾਰਟੀ ਆ, ਤੁਸੀਂ ਵੇਖਿਆ ਵੀ ਹਰ ਧਰਮ ਦਾ, ਹਰ ਸਮਾਜ ਦਾ, ਹਰ ਵਰਗ ਦਾ ਇੱਥੇ ਮਾਣ ਹੈ। ਮੈਨੂੰ ਕਹਿਣ ਦੀ ਲੋੜ ਨਹੀਂ, ਤੁਹਾਨੂੰ ਪਤਾ ਹੀ ਹੈ ਸਾਡਾ ਇਤਿਹਾਸ ਬਿਲਕੁਲ ਖੁੱਲੀ ਕਿਤਾਬ ਵਾਂਗੂ। ਇਹ ਕੋਈ ਦੂਜੀਆਂ ਪਾਰਟੀ ਵਾਂਗੂ ਬੀਜੇਪੀ ਵਾਂਗੂ ਅਕਾਲੀ ਦਲ ਹੋਣਗੇ ਵੀ ਇੱਕ ਫਿਰਕਾ ਨੂੰ ਹੀ ਜਿਹੜੇ ਤਰਜੀਹ ਦਿੰਦੇ ਨੇ, ਨਾ। ਸਾਡੇ ਵਿੱਚ ਤੁਸੀਂ ਵੇਖਿਆ ਹਿੰਦੂ ਵੀ ਆ, ਮੁਸਲਮਾਨ ਵੀ ਆ, ਸਿੱਖ ਵੀ ਆ, ਈਸਾਈ ਵੀ ਆ। ਔਰ ਤੁਸੀਂ ਵੇਖਿਆ ਸਾਡੇ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਕਰਨ ਵਾਸਤੇ ਖੁੱਲਾ ਸੱਦਾ ਦਿੱਤਾ ਸੀ, ਜਿਹੜਾ ਮਰਜ਼ੀ ਹੋ। ਇਹ ਥੋੜੀ ਅਸੀਂ ਕਾਂਗਰਸੀ ਹਾਂ। ਤੁਸੀਂ ਵੇਖਿਆ ਉਹ ਪਲੇਅਰ ਵੀ ਆਏ, ਹੋਰ ਕਈ ਸਮਾਜ ਸੇਵੀ ਜਥੇਬੰਦੀਆਂ ਵੀ ਆਈਆਂ, ਕਈ ਦੂਜੀਆਂ ਪਾਰਟੀਆਂ ਦੇ ਬੰਦੇ ਵੀ ਆਏ। ਅਸੀਂ ਤਾਂ ਕਿਹਾ ਹੀ ਨਹੀਂ ਕਿਸੇ ਨੂੰ, ਅਸੀਂ ਧਰਮ ਨਿਰਪੇਖ ਪਾਰਟੀਆਂ। ਇਹਦੇ ਵਿੱਚ ਸਿਆਸਤ ਇੱਕ ਵੱਖਰੀ ਜਗ੍ਹਾ ਆ। ਜਦੋਂ ਧਰਮ ਦੇ ਵਿੱਚ ਸਿਆਸਤ बढ़ूਗੀ, ਉਹ ਅੱਜ ਵੀ ਗਈ ਤੇ ਕੱਲ ਵੀ ਗਈ। ਤੁਸੀਂ ਵੇਖਿਆ ਹੀ ਅਕਾਲੀ ਦਲ ਦਾ ਕੀ ਹਾਲ ਹੋਇਆ। ਠੀਕ ਹੈ, ਔਰ ਬੀਜੇਪੀ ਮੈਂ ਆਉਣਾ ਸੰਧੂ ਸਾਹਿਬ, ਇੱਕ ਮਿੰਟ ਆਉਣਾ। ਗਰੇਵਾਲ ਸਾਹਿਬ, ਗੱਲ ਇਹ ਹੈ ਵੀ ਜਦੋਂ ਕਿਸੇ ਵੀ ਸੂਬੇ ਦੇ ਵਿੱਚ ਲੀਡਰਾਂ ਦੀ ਸਿਆਸਤ ਚੱਲਦੀ ਹੈ, CM ਵਰਸਸ ਕੋਈ ਰਾਜਪਾਲ ਦੀ ਸਿਆਸਤ ਚੱਲਦੀ ਹੈ, ਜਾਂ ਕੋਈ ਹੋਰ ਮਸਲਿਆਂ ਦੀ ਗੱਲ ਹੁੰਦੀ ਹੈ, ਇੱਕੋ ਹੀ ਗੱਲ ਹੋ ਜਾਂਦੀ ਹੈ, ਇੱਕੋ ਹੀ ਤਰ੍ਹਾਂ ਦੀ ਨਿਊਜ਼ ਜਿਹੜੀਆਂ ਪ੍ਰੋਪਗੇਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਰਾਜਪਾਲ ਰਾਜ ਲਾਗੂ ਹੋਊਗਾ, ਜੇ ਹੋਊਗਾ। ਜੋ ਮਨੀਪੁਰ ਦੀ ਕੰਡੀਸ਼ਨ ਹੈ, ਮੈਨੂੰ ਲੱਗਦਾ ਕਿ ਇੱਥੇ ਤਾਂ ਪ੍ਰੈਜ਼ੀਡੈਂਟ ਰੂਲ ਦੀ ਗੱਲ ਹੋਣੀ ਚਾਹੀਦੀ ਹੈ, ਪਰ ਹਾਲੇ ਤੱਕ ਕਿਸੇ ਨੇ ਨਹੀਂ ਛੇੜੀ। ਧਾਰੀਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਹ ਟੌਪਿਕ ਅੱਜ ਛੇੜਿਆ। ਮੈਂ ਹੈਰਾਨ ਹੁੰਦਾ ਸੀਗਾ ਕਿ ਕਿਸੇ ਨੇ ਕਿਉਂ ਨਹੀਂ ਇਹ ਟੌਪਿਕ ਲਿਆ। ਮੈਂ ਥੋੜੇ ਜਿਹੇ ਤੱਥ ਰੱਖਦਾ। ਆਜ਼ਾਦੀ ਵੇਲੇ ਜਿਵੇਂ ਬਟਵਾਰਾ ਹੋਇਆ ਸੀ, ਤੀਜੀ ਵਾਰੀ ਇਸ ਟੌਪਿਕ ਦੇ ਉੱਤੇ ਚਰਚਾ ਕਰ ਰਹੇ ਹਾਂ। ਆਮ ਸੌਰੀ ਮੈਂ ਪਹਿਲੀ ਵਾਰੀ ਆਇਆ, ਮੈਨੂੰ ਨਹੀਂ ਪਤਾ ਸੀ, ਆਮ ਸੌਰੀ। ਦੇਖੋ, ਪਹਿਲੀ ਗੱਲ ਤਾਂ ਜਿਵੇਂ ਆਜ਼ਾਦੀ ਵੇਲੇ ਵੰਡ ਪਈ ਸੀ, ਉਦਾਂ ਵੰਡ ਹੋ ਚੁੱਕੀ ਹੈ। ਆਬਾਦੀ ਟ੍ਰਾਂਸਫਰ ਹੋ ਚੁੱਕੀ ਹੈ। ਹਿੰਦੂ ਆਬਾਦੀ ਇੱਕ ਪਾਸੇ ਹੋਗੀ, ਕ੍ਰਿਸਚਨ ਆਬਾਦੀ ਇੱਕ ਪਾਸੇ ਹੋਗੀ। ਇਹ ਕਿਉਂਕਿ ਆਪਣੇ ਤੋਂ ਦੂਰ ਆ, ਆਊਟ ਆਫ ਸਾਈਟ ਆਊਟ ਆਫ ਮਾਈਂਡ ਵਾਲੀ ਗੱਲ ਕਰਦੇ ਆ। 35 ਲੱਖ ਦੀ ਇੱਕ ਆਬਾਦੀ ਵਾਲਾ ਪ੍ਰਾਂਤ ਹੈ ਜਿੱਥੇ ਇੱਕ ਐਕਸਪੈਰੀਮੈਂਟ ਕੀਤਾ ਗਿਆ, ਇਹਨੂੰ ਲੈਬੋਰੇਟਰੀ ਬਣਾ ਕੇ ਦੇਖਿਆ ਗਿਆ ਕਿ ਕਰਕੇ ਦੇਖੋ। ਉਹਦਾ ਨਤੀਜਾ ਕੀ ਹੋਇਆ ਕਿ ਲੋਕ ਜਿਵੇਂ ਆਪਾਂ 47 ਦੇ ਫੱਟ ਸਹੇ ਹੈ, ਆਪਣੇ ਯਾਦਾਂ ਹੈਗੀਆਂ, ਆਪਾਂ ਸੁਣੀਆਂ ਨੇ, ਉਹਨਾਂ ਨਾਲ ਅੱਜ ਦੀ ਡੇਟ 'ਚ ਇਨ ਦਿਸ ਡੇ ਐਂਡ ਇਹੋ ਜਿਹੇ। ਹੁਣ ਗਵਰਨਰ ਕਹਿੰਦੇ ਆ ਵੀ ਸਾਰੇ ਪਾਸੇ ਗਵਰਨਰ ਬੜੇ ਸੁਚਾਰੂ ਹੁੰਦੇ ਨੇ, ਡਬਲ ਇੰਜਨ ਸਰਕਾਰਾਂ ਹੁੰਦੀਆਂ ਨੇ। ਤੁਸੀਂ ਮੈਨੂੰ ਨਹੀਂ ਗਵਰਨਰ ਦਾ ਨਾਮ ਪਤਾ ਮਨੀਪੁਰ ਦੇ,
ਨਾ ਮੈਂ ਸੁਣਿਆ, ਮੈਨੂੰ ਲੱਗਦਾ ਤੁਹਾਨੂੰ ਵੀ ਨਹੀਂ ਪਤਾ ਹੋਣਾ, ਤੁਸੀਂ ਇਸ ਪ੍ਰੋਫੈਸ਼ਨ 'ਚ, ਪਰ ਉਹਨਾਂ ਦੀ ਆਵਾਜ਼ ਹੀ ਨਹੀਂ ਸੁਣੀ। ਅੱਛਾ, ਪੰਜਾਬ 'ਚ ਛੋਟੀ ਜਿਹੀ ਗੱਲ ਤੇ ਇੰਨਾ ਰੌਲਾ ਚੱਕ ਰਹੇ ਸੀ, ਇੱਥੇ ਇਹਨਾਂ ਨੇ ਇੱਕ ਵਾਰੀ ਵੀ 10,000 ਵੈਪਨ ਆਰਮਰੀਆਂ 'ਚੋਂ ਚੋਰੀ ਹੋਏ, ਆਈਈਡੀਆਂ ਚੋਰੀ ਹੋਈਆਂ, ਰਾਕਟ ਲਾਂਚਰ ਚੋਰੀ ਹੋਏ। ਡੀਜੀਪੀ ਨੂੰ, ਮਨੀਪੁਰ ਦੇ ਡੀਜੀਪੀ ਨੂੰ ਇੰਫਾਲ ਛੱਡ ਕੇ ਚੂੜਾ ਚਾਂਦਪੁਰ ਜਾਣਾ ਪਿਆ ਕਿਉਂਕਿ ਉਹ ਕੁੱਕੀ ਸੀ। ਐਂਡ ਉਹਨਾਂ ਮਿਨਿਸਟਰਾਂ ਦੇ ਘਰ ਸਾੜੇ ਗਏ। ਹੁਣ ਇਹ ਕਰ ਕੀ ਰਹੇ ਆ? ਪਹਿਲੀ ਗੱਲ ਤਾਂ ਇਹਨਾਂ ਨੇ ਗੋਦੀ ਮੀਡੀਆ 'ਚ ਕਿਤੇ ਗੱਲ ਚੱਲਣ ਨਹੀਂ ਦਿੱਤੀ। ਪਹਿਲੀ ਗੱਲ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਜਦੋਂ ਬੱਚੀਆਂ ਨਾਲ ਇਹ ਹੋਇਆ ਤੇ ਜਦੋਂ ਉਹਦਾ ਵੀਡੀਓ ਬਾਹਰ ਆ ਗਿਆ, ਉਦੋਂ ਇਹਨਾਂ ਨੂੰ ਮਜਬੂਰ ਹੋਣਾ ਪਿਆ ਗੱਲ ਕਰਨ ਲਈ। ਹਲੇ ਤਾਂ ਇੰਟਰਨੈਟ ਬੰਦ ਹੈ, ਪਤਾ ਨਹੀਂ ਕੀ ਕੁਛ ਹੋਇਆ ਜੀ ਉੱਥੇ, ਪਤਾ ਨਹੀਂ ਕੀ ਹੋਇਆ। ਜਦੋਂ ਆਬਾਦੀਆਂ ਹੀ ਵੰਡੀਆਂ ਗਈਆਂ ਤਾਂ ਆਪਾਂ ਸਭ ਜਾਣਦੇ ਕਿ ਬਟਵਾਰੇ ਵੇਲੇ ਕੀ ਹੁੰਦਾ। ਹੁਣ ਰਹੀ ਬੀਜੇਪੀ ਦੀ ਗੱਲ, ਇਹ ਕਰਦੇ ਇਹ ਜੀ ਰਾਜਨੀਤੀ, ਫਿਰ ਇਹ ਦੇਖਦੇ ਆ ਕਿ ਇਹ 2002 ਚ ਇਹਨਾਂ ਨੇ ਗੁਜਰਾਤ ਵੀ ਤਾਂ ਕੀਤਾ ਨਹੀਂ ਸਰ, ਇੱਕ ਐਕਸਪੈਰੀਮੈਂਟ ਕਰਕੇ ਦੇਖਿਆ ਸੀ ਨਾ, ਉਸ ਐਕਸਪੈਰੀਮੈਂਟ ਦੇ ਸਿਰ ਤੇ ਅੱਗੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਹੁਣ ਇਹਨਾਂ ਨੇ ਮਨੀਪੁਰ ਕੀਤਾ। ਅੱਛਾ, ਗੱਲ ਜਿਹੜੀ ਹੈ ਨਾ ਪ੍ਰਧਾਨ ਮੰਤਰੀ ਜੀ ਇਹਦੇ ਬਾਰੇ ਬੋਲੇ, ਜਦੋਂ ਬੱਚੀਆਂ ਨਾ ਹੋ ਗਿਆ ਉਦੋਂ ਪ੍ਰਧਾਨ ਮੰਤਰੀ ਜੀ ਨੂੰ ਜਾਗ ਆਈ, ਸਾਰੇ ਪਾਸੇ ਦੁਨੀਆ 'ਚ ਫਿਰਿਆ। ਅਮਿਤ ਸ਼ਾਹ ਜੀ ਕਹਿੰਦੇ ਮੈਂ ਡਿਸਕਸ਼ਨ ਕਰਨੇ ਕੋ ਤਿਆਰ ਹੂੰ। ਜਦੋਂ ਕੋਈ ਵੀ ਆਪੋਜੀਸ਼ਨ ਦੇ ਐਮਪੀ ਪਾਉਂਦੇ ਆ ਕਿ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ, ਉਹ ਅਲਾਉ ਨਹੀਂ ਕੀਤਾ ਜਾਂਦਾ, ਸਸਪੈਂਡ ਕਰ ਦਿੱਤਾ ਜਾਂਦਾ ਹੈ। ਜਦੋਂ ਤੁਸੀਂ ਇੱਥੇ ਗੱਲ ਨਹੀਂ ਕਰਨ ਦੇਣੀ, ਅੱਛਾ ਫੌਜ ਤੇ ਪੁਲਿਸ ਜਿਹੜੀ ਖੜੀ ਆ ਉਹ ਕਹਿੰਦੇ ਜੀ ਅਸੀਂ ਬੇਬਸ ਹਾਂ, ਸਾਨੂੰ ਆਰਡਰ ਹੀ ਨਹੀਂ ਲਾਇਆ ਕੋਈ, ਸਾਨੂੰ ਸਿਰਫ ਇਹ ਕਿਹਾ ਕਿ ਇਹਨਾਂ ਨੂੰ ਅੱਡ-ਅੱਡ ਰੱਖ ਲਓ, ਬਸ ਜਿਹੜੇ ਕੋਈ ਰਹਿ ਗਏ ਉਹਨਾਂ ਨੂੰ ਵੀ ਅੱਡ-ਅੱਡ ਕਰ ਦਿਓ। ਇਹ ਫੌਜ ਔਨ ਰਿਕਾਰਡ ਕਹਿ ਰਹੀ ਹੈ ਤੇ ਪੁਲਿਸ ਉੱਥੋਂ ਦੀ ਇਹੋ ਜਿਹੇ ਤਰੀਕੇ ਨਾਲ ਵੰਡੀ ਗਈ ਹੈ ਕਿ ਟੋਟਲੀ ਟ੍ਰਾਈਬਲ ਲਾਈਨਸ ਤੇ ਪੁਲਿਸ ਦੀ ਵੰਡ ਹੋ ਗਈ। ਮੈਂ ਤੁਹਾਨੂੰ ਕਿਹਾ ਡੀਜੀਪੀ ਨੂੰ ਛੱਡ ਕੇ ਭੱਜਣਾ ਪਿਆ, ਤੁਸੀਂ ਦੇਖ ਲਓ ਕੀ ਹਾਲਾਤ ਹੋ ਗਏ। ਸੋ ਮੈਨੂੰ ਜਿਹੜਾ ਇਹ ਕਹਿਣਾ, ਇਹਦੇ ਵਿੱਚ ਬਿਲਕੁਲ ਕੋਈ ਅਫਸੋਸ ਨਹੀਂ ਹੋ ਰਿਹਾ ਕਿ ਜਿਸ ਤਰ੍ਹਾਂ ਦੀ ਘਿਨੌਨੀ ਧਰਮ ਦੀ ਰਾਜਨੀਤੀ ਬੀਜੇਪੀ ਠੇਕੇਦਾਰੀ ਲੈ ਕੇ ਕਰਦੀ ਹੈ, ਉਹਦੇ ਪਰਿਣਾਮ ਅੱਜ ਮਨੀਪੁਰ ਦੇਖ ਰਿਹਾ। ਜੇ ਇਹ ਤੇ ਠੱਲ ਨਾ ਪਾਈ ਗਈ ਤਾਂ ਸਾਰਾ ਦੇਸ਼ ਦੇਖੂਗਾ। ਅੱਜ ਦੇਸ਼ ਨੂੰ ਇਹ ਜਾਗ ਜਾਣਾ ਚਾਹੀਦਾ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਸਰ, ਭਾਵੇਂ ਉਹ ਬਿਲਕਿਸ ਬਾਨੋ ਹੋਵੇ, ਭਾਵੇਂ ਉਹ ਹਾਥਰਸ ਵਾਲੀ ਹੋਵੇ, ਭਾਵੇਂ ਉਹ ਰੈਸਲਰਸ ਹੋਣ, ਇਹ ਧੀਆਂ ਭੈਣਾਂ ਸਾਂਝੀਆਂ ਨੇ। ਤੇ ਮਨੀਪੁਰ ਵਾਲੀਆਂ ਨੂੰ ਆਪਾਂ ਕੀ ਜਵਾਬ ਦੇਵਾਂਗੇ ਐਜ਼ ਇੰਡੀਅਨਸ? ਕੀ ਆਪਾਂ ਉਹਨਾਂ ਕੁੜੀਆਂ ਦੀ ਅੱਖਾਂ 'ਚ ਅੱਖਾਂ ਪਾ ਕੇ ਦੱਸ ਸਕਦੇ ਹਾਂ ਕਿ ਇੱਕ ਕਾਰਗਿਲ ਦੇ ਯੁੱਧ ਲੜਨ ਵਾਲੇ ਦੀ ਵਾਈਫ, ਇੱਕ 17 ਸਾਲ ਦੀ ਬੱਚੀ ਜਿਹਦੇ ਪਰਿਵਾਰ ਨੂੰ ਉਹਦੇ ਮੂਹਰੇ ਮਾਰਿਆ ਤੇ ਉਦੋਂ ਬਾਅਦ ਉਹ ਛੱਡੋ, ਉਦੋਂ ਬਾਅਦ ਕਿੰਨੇ ਕੇਸ ਹੈ ਜੀ ਆ ਗਏ ਦੋਵੇਂ ਪਾਸਿਆਂ ਤੋਂ। ਸੋ ਅਫਸੋਸ ਦੀ ਗੱਲ ਇਹ ਹੈ ਕਿ ਇਹ ਅੱਜ ਵੀ ਇਹ ਤੇ ਡਿਸਕਸ਼ਨ ਨਹੀਂ ਕਰਨੀ ਚਾਹੁੰਦੇ ਕਿਉਂਕਿ ਇਹ ਸ਼ਰਮਸਾਰ ਨੇ ਤੇ ਇਹਨਾਂ ਨੂੰ ਹੁਣ ਸਮਝ ਨਹੀਂ ਆ ਰਹੀ ਕਿ ਅਸੀਂ ਇਹ ਲੈਬੋਰੇਟਰੀ ਬਣਾ ਤਾਂ ਲਈ ਤੇ ਹੁਣ ਇਹਦੇ ਤੋਂ ਆਪਾਂ ਕਿਵੇਂ ਨਿਜਾਤ ਕੇ ਪਾਈਏ। ਇਹ ਜਿਹੜੇ ਅੱਜ ਫੱਟ ਪਏ ਨੇ ਘੱਟੋ ਘੱਟ 50 ਸਾਲ ਜੇ ਇਹ ਹੀਲ ਹੁੰਦੇ ਆ, ਹੀਲ ਹੋਣ ਨੂੰ ਲੱਗਣਗੇ। ਸੋ ਮੇਰਾ ਤਾਂ ਇੰਨਾ ਹੀ ਹੈ ਜੀ, ਜਿੰਨਾ ਕੁ ਆਪਾਂ ਵੱਧ ਤੋਂ ਵੱਧ ਰੌਲਾ ਪਾ ਸਕੀਏ ਪਾਈਏ। ਮਾਹੌਲ ਇਹੋ ਜਿਹਾ ਸਿਰਜਿਆ ਜਾਣਾ ਚਾਹੀਦਾ ਕਿ ਲੋਕ ਜਿਹੜਾ ਹੈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਹੀ ਨਾ ਕਰਨ, ਉਹ ਕਿਤੇ ਵੀ ਖਿੱਤੇ 'ਚ ਰਹਿੰਦੇ ਹੋਏ ਆਪਣੇ ਆਪ ਨੂੰ ਮਹਿਸੂਸ ਕਰਨ। ਇਹੋ ਜਿਹਾ ਮਾਹੌਲ ਬਣਾਉਣਾ ਹੀ ਜਿਹੜੀਆਂ ਰਾਜਸੀ ਪਾਰਟੀਆਂ ਹੁੰਦੀਆਂ ਨੇ ਉਹਨਾਂ ਦਾ ਮੈਨੂੰ ਲੱਗਦਾ ਕਿ ਬੇਸਿਕ ਇਹ ਧਰਮ ਹੁੰਦਾ ਉਹਨਾਂ ਦਾ। ਪਰ ਗੱਲ ਇਹ ਹੈ, ਸਥਿਤੀ ਕੁਝ ਉਲਟ ਜਾਪ ਰਹੀ ਹੈ। ਹਰਿਆਣਾ ਦੀ ਤੁਸੀਂ ਜਾਟ ਐਜੀਟੇਸ਼ਨ ਦੀ ਗੱਲ ਕਰ ਲਓ, ਪੰਜਾਬ ਦੇ ਵਿੱਚ ਸਿੱਖ ਦੀ ਗੱਲ ਕਰ ਲਓ, ਨਾਗਾਲੈਂਡ ਦੇਖ ਲਓ, ਮਨੀਪੁਰ ਅਸੀਂ ਵੇਖ ਰਹੇ ਹਾਂ, ਉੱਥੇ ਛੱਤੀਸਗੜ੍ਹ ਦੇ ਵਿੱਚ ਕਿੰਨੇ ਚਿਰ ਤੋਂ ਚੱਲ ਰਿਹਾ। ਕੀ ਜਾਣ ਬੁੱਝ ਕੇ ਜਿਹੜੀਆਂ ਘੱਟ ਗਿਣਤੀਆਂ ਨੇ ਮੁਲਕ ਦੇ ਵਿੱਚ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਘੱਟ ਗਿਣਤੀਆਂ ਮੁਲਕ ਨੂੰ ਟਾਰਗੇਟ ਕਰ ਰਹੀਆਂ ਨੇ? ਸਿਚੁਏਸ਼ਨ ਕੀ ਹੈ, ਤੁਹਾਡੀ ਸਿਆਸੀ ਸਮਝ ਕੀ ਕਹਿ ਰਹੀ ਹੈ? ਮੈਂ ਦੇਖੋ ਜੀ, ਮੈਨੂੰ ਇਹ ਲੱਗਦਾ ਹੈ ਕਿ ਇਹ ਨਾ ਸ਼ਰਾਰਤ ਕਰਦੇ ਆ। ਪੰਜਾਬ 'ਚ ਇਹਨਾਂ ਨੇ ਇੱਕ ਬੜੀ ਇਹਨਾਂ ਨੇ ਇੱਕ ਨੈਰੇਟਿਵ ਬਿਲਡ ਕੀਤਾ ਕਿ ਸ਼ਰਾਰਤ ਕੀਤੀ। ਬਹੁਤ ਸ਼ੁਕਰ ਹੈ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਕਿ ਉਹ ਸ਼ਰਾਰਤ ਨਹੀਂ ਕਾਮਯਾਬ ਹੋਣ ਦਿੱਤੀ ਗਈ। ਇਹੋ ਜਿਹੀਆਂ ਸ਼ਰਾਰਤਾਂ ਇਹ ਅੱਡ-ਅੱਡ ਥਾਵਾਂ ਤੇ ਲਾਉਂਦੇ ਆ। ਕਰਨਾਟਕਾ 'ਚ ਲੈ ਲਓ, ਉੱਥੇ ਟੀਪੂ ਸੁਲਤਾਨ ਜਾਂ ਕੁੜੀਆਂ ਨੂੰ ਜੀ ਹਿਜਾਬ ਨਹੀਂ ਪਾਉਣ ਦੇਣਾ, ਠੀਕ ਹੈ ਜੀ। ਜਿੱਥੇ ਇਹ ਬੁਲਡੋਜ਼ਰ ਦਾ ਰਾਜ ਚਲਾਉਂਦੇ ਆ ਧੱਕੇ ਨਾਲ, ਰਾਮਨੌਮੀ ਤੇ ਸਾਰੇ ਦੇਸ਼ 'ਚ ਕੀ ਹੋਇਆ, ਕਲਕੱਤੇ ਤੋਂ ਲੈ ਕੇ ਬੰਬਈ ਤੱਕ ਸਾਰੇ ਮਸਜਿਦਾਂ ਦੇ ਬਾਹਰ ਜਾ ਕੇ ਮੌਬਸ ਨੇ ਇਕੱਠੇ ਹੋ ਕੇ ਕਿਸ ਤਰ੍ਹਾਂ ਦੀ ਬਿਆਨਬਾਜ਼ੀ, ਕਿਸ ਤਰ੍ਹਾਂ ਦਾ ਗੰਦ ਬਕਿਆ। ਸੋ ਬੇਸਿਕਲੀ ਇਹ ਇਨਵੋਲਡਨ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਕਿ ਅਸੀਂ ਮੈਜੋਰਿਟੇਰੀਅਨਿਜ਼ਮ ਚਲਾਵਾਂਗੇ। ਐਂਡ ਬੜੇ ਅਫਸੋਸ ਦੀ ਗੱਲ ਹੈ ਸਰ, ਆਪਾਂ ਜੇ ਇਤਿਹਾਸ ਤੋਂ ਨਹੀਂ ਸਿੱਖਾਂਗੇ, ਜਦੋਂ ਹਿਟਲਰ ਪਾਵਰ 'ਚ ਆਇਆ ਸੀ 8-9 ਸਾਲ ਲੋਕਾਂ ਨੂੰ ਲੱਗਿਆ ਸੀ 7 ਸਾਲ ਕਿ ਜੀ ਇਹ ਤਾਂ ਬਿਲਕੁਲ ਠੀਕ ਹੈ, ਇਹ ਤਾਂ ਬਹੁਤ ਵਧੀਆ ਕੰਮ ਕਰਦਾ। ਤੇ ਜਦੋਂ ਉਹਨੇ ਗੈਸ ਚੇਂਬਰ ਬਣਾਤੇ, ਇਹਨਾਂ ਦੇ ਬੰਦੇ ਅੱਜ ਇਹ ਗੱਲਾਂ ਕਰਦੇ ਆ। ਜੇ ਤੁਸੀਂ ਬੀਜੇਪੀ ਵਾਲੇ ਵਕਤਾਵਾਂ ਦੀ ਗੱਲ ਸੁਣੋ ਨਾ, ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਡਿਬੇਟ ਤੋਂ ਪਹਿਲਾਂ ਮੈਂ ਇੱਕ ਬੀਜੇਪੀ ਦੇ
ਸਪੋਕਸਪਰਸਨ ਨਾਲ ਗੱਲ ਕਰਾਂ, ਮੈਂ ਕਿਹਾ ਵੀ ਬਿਲਕਿਸ ਬਾਨੋ ਚਲੋ ਮੈਨੂੰ ਸਮਝ ਆ ਗਈ, ਤੁਸੀਂ ਵੈਸੇ ਹੀ ਨਫ਼ਰਤ ਕਰਦੇ ਹੋ। ਮੈਂ ਕਿਹਾ ਹਾਥਰਸ ਵਾਲੀ ਕੁੜੀ ਵਿਚਾਰੀ ਦਲਿਤ ਸੀ, ਤੁਸੀਂ ਉਹਨਾਂ ਨੂੰ ਵੀ ਬੰਦੇ ਨਹੀਂ ਮੰਨਦੇ। ਮੈਂ ਕਿਹਾ ਆ ਜਿਹੜੀਆਂ ਰੈਸਲਰਸ ਨੇ ਕਹਿੰਦਾ ਇਹ ਜਾਟ ਨੇ, ਇਹਨਾਂ ਨੇ ਕਿਹੜਾ ਸਾਨੂੰ ਵੋਟ ਪਾਉਣੀ ਹੈ। ਸੋ ਕੈਨ ਯੂ ਇਮੇਜਿਨ ਇਹਨਾਂ ਦੀ ਮਾਨਸਿਕਤਾ ਕਿੰਨੀ ਜ਼ਿਆਦਾ ਗਿਰੀ ਹੋਈ ਮਾਨਸਿਕਤਾ ਹੈ ਕਿ ਇਹ ਇਸ ਤਰੀਕੇ ਨਾਲ ਸੋਚਦੇ ਆ। ਐਂਡ ਇਹ ਖਤਰਨਾਕ ਦੇਸ਼ ਲਈ ਹੈ। ਇਸ ਲਈ ਇਹ ਜਿਹੜਾ ਮੈਜੋਰਿਟੇਰੀਅਨਿਜ਼ਮ ਹੈ, ਸਾਡਾ ਮੁਲਕ ਹੈ, ਸਾਨੂੰ ਪਿਆਰਾ ਹੈ, ਸਾਨੂੰ ਸਾਡੇ ਮੰਦਿਰ ਮਸਜਿਦ ਗੁਰਦੁਆਰੇ ਚਰਚ ਪਿਆਰੇ ਨੇ, ਤੁਸੀਂ ਇਹ ਨਹੀਂ ਕਰ ਸਕਦੇ। ਕਿਉਂ? ਜੇ ਇਹ ਅੱਗ ਲੱਗਦੀ ਹੈ, ਆਪਾਂ ਨਵਜੋਤ ਜੀ ਇਹ ਨਹੀਂ ਸੋਚ ਸਕਦੇ ਕਿ ਆਪਾਂ ਜੇ ਗੁਆਂਢੀ ਦੇ ਘਰ ਨੂੰ ਅੱਗ ਲਾਵਾਂਗੇ ਤਾਂ ਆਪਣੇ ਘਰ 'ਚ ਅੱਗ ਨਹੀਂ ਲੱਗੂਗੀ। ਇਹ ਅੱਗ ਲਾਉਣ ਦੀ ਕੋਸ਼ਿਸ਼ ਹੋ ਗਈ ਹੈ। ਸੋ ਅੱਜ ਸਭ ਨੂੰ ਜਾਗਰੂਕ ਹੋ ਕੇ ਇਹਨਾਂ ਨੂੰ ਰੋਕਣ ਦੀ ਲੋੜ ਹੈ ਐਂਡ ਇਹਨਾਂ ਨੂੰ ਐਕਸਪੋਜ਼ ਕਰਨ ਦੀ ਲੋੜ ਹੈ। ਭਲਾ ਹੋਵੇ ਤੁਹਾਡੇ ਵਰਗੇ ਜਰਨਲਿਸਟ ਦਾ ਜੀ, ਭਲਾ ਹੋਵੇ ਜਿਹੜਾ ਘੱਟੋ ਘੱਟ ਇਹਨਾਂ ਨੂੰ ਸ਼ੀਸ਼ਾ ਤਾਂ ਦਿਖਾ ਰਹੇ ਆ ਐਂਡ ਭੱਜਣਗੇ, ਕਦੇ ਇਹ ਜੀ ਡਿਸਕਸ਼ਨ ਤੇ ਆਣਗੇ ਨਹੀਂ, ਇਹ ਵੀ ਤੁਹਾਨੂੰ ਮੈਂ ਵਾਅਦਾ ਕਰ ਦਿੰਦਾ ਜੀ। ਸੰਧੂ ਸਾਹਿਬ, ਸਵਾਲ ਜਿਹੜਾ ਬੜਾ ਅਹਿਮ ਹੈ, ਮਤਲਬ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਦ੍ਰੋਪਦੀ ਮੁਰਮੂ, ਉਹ ਘੱਟ ਗਿਣਤੀਆਂ 'ਚੋਂ ਆਉਂਦੇ ਆ ਔਰ ਜਿਸ ਗਿਣਤੀ ਦੇ ਵਿੱਚੋਂ ਉਹ ਆਉਂਦੇ ਆ, ਮਤਲਬ ਬੜਾ ਉਹਨਾਂ ਦੀ ਤਾਜਪੋਸ਼ੀ ਨੂੰ ਲੈ ਕੇ ਬੜਾ ਕੁਝ ਪ੍ਰਚਾਰਿਆ ਗਿਆ ਸੀ ਕਿਸੇ ਪਾਰਟੀਕੂਲਰ ਪੋਲੀਟੀਕਲ ਪਾਰਟੀ ਦੇ ਵੱਲੋਂ। ਅੱਜ ਉਹਨਾਂ ਦੀ ਚੁੱਪ ਵੀ ਬਹੁਤ ਰੜਕ ਰਹੀ ਹੈ। ਮੈਂ ਤਾਂ ਜ਼ਾਤੀ ਤੌਰ ਤੇ ਵੀ ਇਸ ਗੱਲ ਨੂੰ ਮਹਿਸੂਸ ਕਰ ਰਿਹਾ ਵੀ ਹੋਰ ਪ੍ਰੈਜ਼ੀਡੈਂਟ ਕਿਹੋ ਜਿਹੇ ਮਾਹੌਲ 'ਚ ਕੰਮ ਕਰਦਾ। ਅਦਰਵਾਈਜ਼ ਗਵਰਨਰ ਤੇ ਪ੍ਰੈਜ਼ੀਡੈਂਟ ਨੇ ਬਹੁਤ ਥੋੜੇ ਮੌਕੇ ਕੰਮ ਕਰਨਾ ਹੁੰਦਾ। ਅੱਜ ਪ੍ਰੈਜ਼ੀਡੈਂਟ ਦਾ ਕੀ ਇਖਤਿਆਰ ਹੋਣਾ ਚਾਹੀਦਾ ਸੀ ਮਨੀਪੁਰ ਨੂੰ ਲੈ ਕੇ? ਨਵਜੋਤ ਜੀ ਵੇਖੋ, ਇੰਡੀਆ ਦੇ ਵਿੱਚ ਨਾ ਸ਼ੁਰੂ ਤੋਂ ਦੋ ਲੜਾਈਆਂ ਲੜੀਆਂ ਜਾਂਦੀਆਂ ਰਹੀਆਂ ਤੇ ਲੜੀਆਂ ਹਾਲੇ ਤੱਕ ਲੜੀਆਂ ਜਾਂਦੀਆਂ। ਅੱਗੇ ਤਾਂ ਮੈਨੂੰ ਪਤਾ ਨਹੀਂ, ਇੱਕ ਤਕੜੇ ਤੇ ਮਾੜੇ ਦੀ ਔਰ ਇੱਕ ਧਰਮ ਦੀ ਲੜਾਈ। ਧਰਮ ਦੇ ਵਿੱਚ ਵੀ ਆਪਣੇ ਆਪ ਨੂੰ ਇੱਕ ਉੱਚੀ ਜਾਤੀ ਦੇ ਕਹਿਣ ਲੱਗ ਪੈਂਦੇ ਤੇ ਇੱਕ ਵਿਚਾਰੇ ਆਪਣੇ ਆਪ ਨੂੰ ਮਜਬੂਰੀ ਚ ਉਹਨਾਂ ਨੂੰ ਨੀਵੀਂ ਜਾਤੀ ਦਾ ਕਹਿਣਾ ਪੈਂਦਾ, ਜਿਹਨੂੰ ਆਪਾਂ ਦਲਿਤ ਵੀ ਕਹਿੰਦੇ। ਹਾਲਾਂਕਿ ਸਾਡੇ ਵਿੱਚ ਤੇ ਇਹ ਕਿਹਾ ਗਿਆ ਸੀ 10ਵੇਂ ਪਾਤਸ਼ਾਹ ਤੋਂ ਬਾਅਦ ਬਈ ਤੁਸੀਂ ਜਾਤ ਤੁਹਾਡੀ ਹੁਣ ਖਤਮ ਹੈ, ਤੁਸੀਂ ਸਿੰਘ ਜੇ ਸਾਰੇ। ਪਰ ਆਪਾਂ ਹਾਲੇ ਵੀ ਨਹੀਂ ਮੰਨਦੇ, ਮਾਨਸ ਕੀ ਜਾਤ ਸਭੇ ਕੀ ਪਹਿਚਾਨ ਕੋਈ ਹੋਣੀ ਚਾਹੀਦੀ ਹੈ। ਪਰ ਜਿਹੜੀ ਗੱਲ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਵੇਖੋ ਇੰਡੀਆ ਦੇ ਵਿੱਚ ਨਾ 2.5 ਮਹੀਨਿਆਂ ਬਾਅਦ ਜਿਹੜੀ ਇਹ ਵੀਡੀਓ ਆਊਟ ਹੋਈ ਹੈ, ਤੇ ਵੀਡੀਓ ਆਊਟ ਹੋਣ ਤੋਂ ਬਾਅਦ ਜਦੋਂ ਕੁਛ ਨਹੀਂ ਸਰਿਆ ਨਾ, ਤੇ ਇਹ ਜਦੋਂ ਚੀਫ ਜਸਟਿਸ ਚੰਦਰਚੂੜ ਨੇ ਆਖਿਆ ਵੀ ਤੁਹਾਡੇ ਪੱਲੇ ਕੁਛ ਨਹੀਂ ਗਾ, ਜੇ ਤੁਸੀਂ ਕੁਛ ਨਹੀਂ ਕਰ ਸਕਦੇ ਅਸੀਂ ਸਿੱਧਾ ਦਖਲ ਦਿੰਦੇ। ਜਦੋਂ ਚੀਫ ਜਸਟਿਸ ਨੇ ਇਹ ਗੱਲ ਆਖੀ, ਫਿਰ ਇਹਨਾਂ ਦੇ ਕੰਨਾਂ ਤੇ ਜ਼ੋਰ ਅੱਗੇ ਇਹਨਾਂ ਨੇ ਵੇਖਿਆ ਵੀ ਹੁਣ ਸਾਡੇ ਗੇਮ ਹੱਥੋਂ ਨਿਕਲ ਜਾਣਾ, ਤਾਂ ਇਹ ਜ਼ਿਆਦਾ ਜਿਹੜਾ ਇਹ ਕੰਮ ਹੋਇਆ। ਜਦੋਂ ਤੱਕ ਤੁਸੀਂ ਰਾਸ਼ਟਰਪਤੀ ਦੀ ਗੱਲ ਕੀਤੀ ਆ, ਵੇਖੋ ਮੈਂ ਤੁਹਾਨੂੰ ਫਿਰ ਇਸ਼ਾਰਾ ਦੇ ਦਿੱਤਾ ਹੈ ਵੀ ਦਲਿਤ ਤੇ ਉੱਚ ਸਮਾਜ ਦੇ ਵਿੱਚ ਜਿਹੜੀ ਲੜਾਈ ਹੈ ਉਹ ਇੰਡੀਆ 'ਚ ਰਹੀ ਹੈ ਤੇ ਰਹੂਗੀ, ਤੇ ਤਕੜੇ ਤੇ ਮਾੜੇ ਦੀ ਲੜਾਈ ਰਹੀ ਆ। ਤੇ ਤੁਸੀਂ ਮਣੀਪੁਰ ਦੇ ਵਿੱਚ ਵੇਖਿਆ ਕੀ ਹੈ, ਤਕੜੇ ਤੇ ਮਾੜੇ ਦੀ ਲੜਾਈ ਹੈ। ਨਹੀਂ ਮੈਂ ਔਰ ਤੁਸੀਂ ਨਹੀਂ ਮੈਂ ਪਤਾ ਗੱਲ, ਮੈਂ ਤੁਹਾਨੂੰ ਸਵਾਲ ਕਿਉਂ ਪੁੱਛਿਆ ਸੀ, ਮੈਂ ਸਵਾਲ ਗਰੇਵਾਲ ਸਾਹਿਬ ਨੂੰ ਵੀ ਪੁੱਛ ਸਕਦਾ ਸੀਗਾ ਕਿਉਂਕਿ ਉਹਨਾਂ ਦੀ ਇੱਥੇ ਸਰਕਾਰ ਹੈ ਆਲਰੇਡੀ, ਗਵਰਨਮੈਂਟ ਔਰ ਬਿਟਵੀਨ ਗਵਰਨਰ ਬਹੁਤ ਕੁਝ ਚੱਲ ਰਿਹਾ। ਮੈਂ ਉਸ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ। ਪੰਜਾਬ ਦੇ ਵਿੱਚ ਗਵਰਨਰ ਸਾਹਿਬ ਕਹਿ ਦਿੰਦੇ ਆ ਕਿ ਮੇਰਾ ਫਰਜ਼ ਹੈ ਸਰਕਾਰ ਨੂੰ ਸ਼ੀਸ਼ਾ ਦਿਖਾਉਣਾ, ਮੈਂ ਇਸ ਕਰਕੇ ਘੁੰਮਦਾ ਪਿੰਡਾਂ ਦੇ ਵਿੱਚ, ਇਸ ਕਰਕੇ ਮੈਂ ਡਰੱਗ ਦੀ ਰਿਪੋਰਟ ਦਿੰਦਾ, ਜਿਵੇਂ ਉਹਨਾਂ ਦਾ। ਕੀ ਇਸ ਮੌਕੇ ਪ੍ਰੈਜ਼ੀਡੈਂਟ ਦਾ ਉੱਥੇ ਜਾਣਾ ਠੀਕ ਨਹੀਂ ਹੈ ਜਾਂ ਠੀਕ ਹੈ, ਜਾਂ ਉਹਦੇ ਵਿੱਚ ਇਸ ਮਸਲੇ ਦੇ ਵਿੱਚ ਇੰਟਰਵੀਨ ਕਰਕੇ ਗਵਰਨਮੈਂਟ ਨੂੰ ਕੁਝ ਕਹਿਣਾ ਕਿ ਉਹਨਾਂ ਦੇ ਇਖਤਿਆਰ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ? ਮੈਨੂੰ ਤੇ ਲੋਕਾਂ ਨੂੰ ਇਸ ਬਾਰੇ ਤੁਸੀਂ ਅਪਡੇਟ ਦੇ ਸਕਦੇ ਹੋ, ਜਾਣਕਾਰੀ ਦੇ ਵਿੱਚ ਵੀ ਵਾਧਾ ਕਰ ਸਕਦੇ ਹੋ, ਕੋਈ ਸਿਆਸਤਦਾਨ। ਮੈਂ ਉਸ ਲਹਿਜੇ ਨਾਲ ਸਵਾਲ ਪੁੱਛਿਆ। ਨਹੀਂ ਦੇਖੋ, ਰਾਸ਼ਟਰਪਤੀ ਦਖਲ ਦੇ ਸਕਦਾ ਉੱਥੇ ਜਿੱਥੇ ਸਰਕਾਰਾਂ ਫੇਲ ਹੋ ਜਾਣ। ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜੇ ਸੁਪਰੀਮ ਕੋਰਟ ਨੇ ਦਖਲ ਦੇ ਦਿੱਤਾ, ਸੁਪਰੀਮ ਕੋਰਟ ਦੇ ਵੀ ਜੱਜ ਨੇ ਦਖਲ ਦਿੱਤਾ ਨਾ, ਵੀ ਉਹਨਾਂ ਨੇ ਪੀਐਮ ਨੂੰ ਆਖਿਆ ਵੀ ਜੇ ਤੁਹਾਡੇ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਆਉਂਦੇ ਹਾਂ। ਬਿਲਕੁਲ ਇਹਦੇ ਵਿੱਚ ਰਾਸ਼ਟਰਪਤੀ ਵੀ ਜਾ ਸਕਦੇ ਆ, ਕੋਈ ਵੱਡੀ ਗੱਲ ਨਹੀਂ, ਫਟਕਾਰ ਲਵਾ ਸਕਦੇ ਆ, ਰਾਜਪਾਲ ਨੂੰ ਫਟਕਾਰ ਲਾ ਕੇ ਕਹਿ ਸਕਦੇ ਵੀ ਤੁਸੀਂ ਕੀ ਕਰ ਰਹੇ ਜੇ, ਮਣੀਪੁਰ ਤੇ ਚੱਲ ਰਿਹਾ ਇਹ ਜਿਹੜੀ ਅੱਗ ਹੈ ਇਹ ਹੌਲੀ ਹੌਲੀ ਕਿਤੇ ਇੰਡੀਆ ਦੇ ਵਿੱਚ ਨਾ ਹੋਵੇ। ਅੱਜ ਮੈਂ ਅਖਬਾਰ ਹੀ ਪੜ੍ਹ ਰਿਹਾ ਸੀ, ਹੋ ਸਕਦਾ ਇਹ ਨਾਲ ਦੀ ਸਟੇਟਾਂ ਦੇ ਵਿੱਚ ਹੀ ਚੱਲ ਜੇ। ਵੇਖੋ ਦਲਿਤਾਂ ਦੀ ਗੱਲ, ਅਤਿਆਚਾਰ ਦੀ ਗੱਲ ਕੋਈ ਨਵੀਂ ਤੇ ਹੈ ਹੀ ਨਹੀਂ। ਤੁਸੀਂ ਪਿੱਛੇ ਜੇ ਵੇਖਿਆ ਇੱਕ ਉੱਚ ਜਾਤੀ ਦਾ ਆਪਣੇ ਆਪ ਨੂੰ ਕਹਿਣ ਵਾਲਾ ਕਿਸੇ ਦੇ ਮੂੰਹ ਤੇ ਪਿਸ਼ਾਬ ਕਰਨ ਡਿਆ ਸੀ। ਲਾਹਨਤ ਹੈ ਸਾਡੇ ਉੱਤੇ ਇਹੋ ਜਿਹੇ ਸਮਾਜ ਚ ਰਹਿੰਦੇ ਸੀ। ਔਰ ਕਿਸੇ ਨੂੰ ਜੁੱਤੀ 'ਚ ਪਾਣੀ ਪਿਆਇਆ ਜਾ ਰਿਹਾ, ਕਿਸੇ ਦਲਿਤ ਨੂੰ ਪੁੱਠਾ ਕੱਟ ਕੇ ਲਮਕਾ ਕੇ ਕੁੱਟਿਆ ਜਾ ਰਿਹਾ, ਕਿਸੇ ਨੂੰ ਕਹਿੰਦੇ ਜੀ ਸਾਡੇ ਤੁਸੀਂ ਧਰਮ ਸਥਾਨ 'ਚ ਨਹੀਂ ਵੜਨਾ, ਤੁਸੀਂ ਬਾਹਰ ਰਹੋ। ਮਤਲਬ ਅਸੀਂ ਆਜ਼ਾਦ ਕਾਹਦੇ ਹੋਏ ਹਾਂ? ਅਸੀਂ ਆਜ਼ਾਦ ਤੇ ਹੋਏ ਹੀ ਨਹੀਂ। ਬੇਸਿਕਲੀ ਅੰਗਰੇਜ਼ ਜਿਹੜੇ ਸਾਨੂੰ ਕਰ ਗਏ ਸੀ ਨਾ ਡਿਵਾਈਡ ਐਂਡ ਰੂਲ, ਉਹ ਬੀਜੇਪੀ ਨੇ ਫਾਰਮੂਲਾ ਫੜ ਲਿਆ। ਪਹਿਲਾਂ ਉਹਨਾਂ ਨੇ ਪਾਰਟੀਆਂ ਪਾੜੀਆਂ, ਹੁਣ ਉਹਨਾਂ ਨੇ ਸਟੇਟਾਂ ਪਾੜਨੀ ਸ਼ੁਰੂ ਕਰ। ਚਲੋ ਪਰ ਇਹਦੇ ਨਾਲ ਨਤੀਜਾ ਜਿਹੜਾ ਖਤਮ। ਮੈਂ ਆਊਂਗਾ ਸੰਤ ਸਾਹਿਬ। ਗਰੇਵਾਲ ਸਾਹਿਬ, ਇਹੀ ਸਵਾਲ ਮੈਂ ਤੁਹਾਡੇ ਤੋਂ ਪੁੱਛਦਾ
ਵੀ ਇੱਥੇ ਪ੍ਰੈਜ਼ੀਡੈਂਟ ਦਾ ਰੋਲ ਰਿਸਪੌਂਸਿਬਿਲਟੀ ਕੀ ਹੋਣੀ ਚਾਹੀਦੀ ਸੀ ਮਨੀਪੁਰ ਇਸ਼ੂ ਦੇ ਉੱਤੇ? ਜਿੱਥੇ ਉੱਥੇ ਤਾਂ ਪ੍ਰੈਜ਼ੀਡੈਂਟ ਸਾਹਿਬ ਦਾ ਮੈਮ ਦਾ ਫਾਰਮਲ ਰੋਲ ਹੈ, ਉਹ ਗਵਰਨਮੈਂਟ ਡਿਸਾਈਡ ਕਰਦੀ ਹੈ। ਅਸੀਂ ਬਾਰ-ਬਾਰ ਕਹਿੰਦੇ ਕਿ ਇਲੈਕਟਡ ਇਜ਼ ਗਵਰਨਮੈਂਟ ਡਿਸਾਈਡ ਕਰਦੀ ਹੈ। ਔਨ ਕੌਨਸ਼ੀਅਸ ਬੀਇੰਗ ਦ ਫਰਸਟ ਸਿਟੀਜ਼ਨ ਆਫ ਦ ਕੰਟਰੀ, ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ, ਬਿਲਕੁਲ ਬੋਲਣਾ ਚਾਹੀਦਾ ਸੀਗਾ। ਐਂਡ ਐਜ਼ ਐਨ ਔਰਤ ਵੀ ਬੋਲਣਾ ਚਾਹੀਦਾ ਸੀਗਾ, ਐਜ਼ ਅ ਟ੍ਰਾਈਬਲ ਵੀ ਬੋਲਣਾ ਚਾਹੀਦਾ ਸੀ। ਉਹਨਾਂ ਦੇ ਅਸੀਂ ਸਾਰੇ ਉਹਨਾਂ ਦੇ, ਜੇ ਆਪਾਂ ਕਹੀਏ ਇੱਕ ਤਰੀਕੇ ਨਾਲ, ਆਪਾਂ ਸਾਰੇ ਬੱਚੇ ਆ। ਸ਼ੀ ਇਜ਼ ਦ ਫਰਸਟ ਲੇਡੀ ਆਫ ਦ ਕੰਟਰੀ, ਪਹਿਲੀ ਗੱਲ। ਪਰ ਤੱਥ ਕੀ ਨੇ? ਤੱਥ ਇਹ ਨੇ ਕਿ ਇਹ ਇੰਨੇ ਹਾਵੀ ਹੋ ਚੁੱਕੇ ਆ। ਤੁਸੀਂ ਦੇਖੋ, ਜਦੋਂ ਉਹ ਕਿਸੇ ਮੰਦਿਰ 'ਚ ਮੱਥਾ ਟੇਕਣ ਜਾਂਦੇ ਆ, ਉਹਨਾਂ ਨੂੰ ਅੰਦਰ ਗਰਭਗ੍ਰਹਿ 'ਚ ਨਹੀਂ ਵਾੜਿਆ ਜਾਂਦਾ। ਉਹਨਾਂ ਦੇ ਜਾਣ ਤੋਂ ਬਾਅਦ ਉਹ ਮੰਦਿਰ ਦੀ ਸ਼ੁੱਧੀ ਕੀਤੀ ਜਾਂਦੀ ਹੈ। ਐਂਡ ਉਸ ਚੀਜ਼ ਨੂੰ ਇਹ ਮਨੂਵਾਦੀ ਲੋਕ ਸਪੋਰਟ ਕਰਦੇ ਆ। ਤੇ ਤੁਸੀਂ ਉਹਨਾਂ ਦੀ ਮਾਨਸਿਕ ਅਵਸਥਾ ਦੇਖੋ ਕਿ ਉਹ ਬਣ ਜ਼ਰੂਰ ਗਏ ਨੇ ਪ੍ਰੈਜ਼ੀਡੈਂਟ। ਐਂਡ ਹਾਂ, ਉਹਨਾਂ ਨੂੰ ਕੈਬਨਿਟ ਦੀ ਮਰਜ਼ੀ ਨਾਲ ਚੱਲਣਾ ਪੈਂਦਾ ਹੈ। ਬਟ ਔਨ ਹਰ ਕੌਨਸ਼ੀਅਸ ਬੀਇੰਗ ਦ ਫਰਸਟ ਸਿਟੀਜ਼ਨ ਆਫ ਦ ਕੰਟਰੀ, ਮੈਂ ਸਮਝਦਾ ਕਿ ਜੇ ਉਹ ਬੋਲਣਗੇ ਤਾਂ ਉਹ ਆਪਣੇ ਦਾਇਰੇ ਤੇ ਸੰਵਿਧਾਨ ਦੇ ਵਿੱਚ ਹੋਣਗੇ ਤੇ ਉਹ ਸਰਕਾਰ ਨੂੰ ਸ਼ੀਸ਼ਾ ਦਿਖਾਉਣਗੇ। ਇੱਥੇ ਇਹ ਇੰਨੀ ਗੱਲ ਕਰਨ ਤੋਂ ਬਾਅਦ ਮੈਂ ਇਹ ਕਹੂੰਗਾ ਕਿ ਜਿੱਥੇ ਕੰਪਲੀਟ ਲਾਅ ਐਂਡ ਆਰਡਰ ਦਾ ਬ੍ਰੇਕਡਾਊਨ ਹੋ ਗਿਆ ਹੋਵੇ, ਜਿੱਥੇ ਪੋਪੂਲੇਸ਼ਨ ਦੀ ਡਿਵੀਜ਼ਨ ਹੋ ਗਈ ਹੋਵੇ, ਜਿੱਥੇ ਮਤਲਬ ਰੂਲ ਆਫ ਲਾਅ ਖਤਮ ਹੋ ਗਿਆ ਹੋਵੇ, ਕਿ ਤੁਸੀਂ ਇਹ ਦੇਖੋ ਕਿ ਹਥਿਆਰ ਚੋਰੀ ਕਰਕੇ, ਚੋਰੀ ਨਹੀਂ, ਹਥਿਆਰ ਲੁੱਟ ਕੇ ਲੋਕ ਆਰਮਰੀਆਂ 'ਚ ਆਪਣੇ ਆਧਾਰ ਕਾਰਡ ਛੱਡ ਕੇ ਗਏ ਆ ਧਾਲੀਵਾਲ ਸਾਹਿਬ, ਕਿ ਅਸੀਂ ਲੈ ਕੇ ਗਏ ਆ ਆਧਾਰ ਕਾਰਡ ਦੀਆਂ ਕਾਪੀਆਂ ਛੱਡ ਕੇ ਗਏ ਨੇ। ਪੁਲਿਸ ਵਾਲੇ ਅਨਆਰਮਡ ਨੇ, ਲੋਕ ਆਰਮਡ ਨੇ। ਉੱਥੇ ਜੇ ਆਪਾਂ ਮਤਲਬ ਤੁਸੀਂ ਮੈਂ ਬੀਇੰਗ ਨਾਰਮਲ ਸਿਟੀਜ਼ਨਸ, ਜੇ ਆਪਾਂ ਬੋਲ ਸਕਦੇ ਆ ਤਾਂ ਜਿਹੜੇ ਪੋਜੀਸ਼ਨ ਆਫ ਪਾਵਰ 'ਚ ਆ ਉਹਨਾਂ ਨੂੰ ਤਾਂ ਚੀਕ ਕੇ ਬੋਲਣਾ ਚਾਹੀਦਾ ਕਿ ਇਹਨਾਂ ਦੀਆਂ ਅੱਖਾਂ ਖੁੱਲਣ। ਹੁਣ ਆਪਾਂ ਨੂੰ ਦੇਸ਼ਵਾਸੀ ਹੋਣ ਦੇ ਨਾਤੇ ਇਹ ਫੈਸਲਾ ਕਰਨਾ ਪਊਗਾ ਕਿ ਕੀ ਅਸੀਂ ਇਸ ਅੱਗ ਨੂੰ, ਇਹ ਫੈਲ ਗਈ ਹੈ ਨਾਗਾਲੈਂਡ 'ਚ ਆਲਰੇਡੀ, ਇਹ ਅੱਗ ਸ਼ੁਰੂ ਹੋ ਗਈ ਹੈ ਫੈਲਣ, ਕਿਉਂਕਿ ਉਹ ਏਰੀਆ ਦੀ ਇਹੋ ਜਿਹੀ ਕੰਪਲੈਕਸ ਜਿਓਗ੍ਰਾਫੀ ਤੇ ਇੰਟਰਮਿੰਗਲਿੰਗ ਹੈ ਪੋਪੂਲੇਸ਼ਨਸ ਦੀ। ਮੇਤੀ ਮਨੀਪੁਰ 'ਚ ਵੀ ਨੇ, ਬਰਮਾ 'ਚ ਵੀ ਨੇ, ਨਾਗਾਲੈਂਡ 'ਚ ਵੀ ਨੇ। ਕੁਕੀ ਜਿਹੜੇ ਆ ਮਨੀਪੁਰ 'ਚ ਵੀ ਨੇ, ਨਾਗਾਲੈਂਡ 'ਚ ਵੀ ਨੇ, ਬਰਮਾ 'ਚ ਵੀ ਨੇ। ਜਿਹੜੇ ਨਾਗੇ ਆ ਉਹ ਅਕ੍ਰੋਸ ਸਟੇਟਸ ਫੈਲੇ ਹੋਏ ਆ। ਸੋ ਜਿਹੜੀ ਇਹ ਕੰਪਲੈਕਸਿਟੀ ਹੈ ਉਸ ਥਾਂ ਦੀ, ਉਹਨੂੰ ਆਪਾਂ ਬੜੇ ਹੌਟੀ ਹੋ ਕੇ ਆਪਾਂ ਮੇਨਲੈਂਡ ਵਾਲੇ ਲੋਕ ਬੜੇ ਬੇਸ਼ਰਮੀ ਨਾਲ ਉਹਨਾਂ ਨੂੰ ਚਿੰਕੀ ਕਹਿ ਦਿੰਦੇ ਆ, ਕੁਝ ਵੀ ਕਹਿ ਦਿੰਦੇ ਆ, ਪਰ ਹੈ ਆਪਣੇ ਭਰਾ ਉਹ। ਤੇ ਜੇ ਅੱਜ ਉਹਨਾਂ ਦੇ ਘਰ 'ਚ ਅੱਗ ਲੱਗੀ ਹੈ ਤਾਂ ਕੱਲ ਆਪਣੇ ਵੀ ਲੱਗ ਸਕਦੀ ਹੈ। ਧਾਲੀਵਾਲ ਸਾਹਿਬ, ਯਕੀਨ ਮੰਨੋ, ਜਦੋਂ ਮੈਂ ਪੂਰੀ ਸੀਰੀਅਸਨੈਸ ਨਾਲ ਕਹਿ ਰਿਹਾ ਕਿ ਇਹਨਾਂ ਨੇ ਇਹ ਅੱਗ ਪੰਜਾਬ 'ਚ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਭਲਾ ਹੋਵੇ ਉਸ ਵਾਹਿਗੁਰੂ ਦਾ ਜਿਹਨੇ ਆਪਾਂ ਨੂੰ ਬਚਾ ਲਿਆ। ਸੈਂਸਿਬਲ ਹੈਡਸ ਪ੍ਰੀਵੇਲਡ। ਆਪਾਂ ਸਭ ਨੇ ਕਿਹਾ ਕਿ ਨਹੀਂ, ਅਸੀਂ ਅੱਜ ਤੁਸੀਂ ਪੰਜਾਬ ਤੋਂ ਬਾਹਰ ਜਾਓ, ਕੀ ਨੈਰੇਟਿਵ ਬਿਲਡ ਕਰ ਰਹੇ ਜੀ? ਕੀ ਮੁੱਠੀ ਭਰ ਲੋਕ ਕੈਨੇਡਾ 'ਚ ਜਾਂ ਆਸਟ੍ਰੇਲੀਆ 'ਚ, ਇੰਗਲੈਂਡ 'ਚ ਮੁੱਠੀ ਭਰ ਸਪਾਂਸਰਡ ਕਰਾਊਡ ਕੁਛ ਕਰਦਾ, ਪੰਜਾਬੀਆਂ ਨੂੰ ਸਾਰਿਆਂ ਨੂੰ ਤੁਸੀਂ ਲੇਬਲ ਲਾ ਦਿੰਦੇ ਹੋ। ਤੁਸੀਂ, ਮੈਂ ਜਾ ਕੇ ਆਇਆ ਸਰ, ਮੈਂ ਯੂਪੀ ਜਾ ਕੇ, ਮੈਨੂੰ ਲੋਕਾਂ ਨੇ ਇਹੋ ਜਿਹੇ ਸਵਾਲ ਪੁੱਛੇ, ਮੈਂ ਕਿਹਾ ਤੁਸੀਂ ਪੰਜਾਬ 'ਚ ਕੋਈ ਇਹੋ ਜਿਹੀ ਆਵਾਜ਼ ਸੁਣੀ ਹੈ? ਕਹਿੰਦੇ ਨਹੀਂ ਸੁਣੀ। ਇਹ ਗੋਦੀ ਮੀਡੀਆ ਰਾਹੀਂ ਨੈਰੇਟਿਵਸ ਬਿਲਡ ਕਰਦੇ ਆ, ਲੋਕਾਂ ਦਾ ਬੇਵਕੂਫ ਬਣਾਉਂਦੇ ਆ ਕਿ ਲੋਕਾਂ ਨੂੰ ਦੇਖੋ ਜੀ, ਜਿਹੜਾ ਡਾਕਟਰ ਗੋਬਲ ਸੀਗਾ, ਹਿਟਲਰ ਦਾ ਜਿਹੜਾ ਪ੍ਰੋਪੇਗੈਂਡਾ ਮਿਨਿਸਟਰ ਸੀ ਨਾ, ਉਹ ਸਭ ਤੋਂ ਵੱਧ ਕਾਮਯਾਬ ਨਾਜ਼ੀ ਇਹ ਸੀ ਕਿ ਕਿਉਂਕਿ ਉਹਨੇ ਲੋਕਾਂ ਨੂੰ, ਤੁਹਾਡੇ ਗਵਾਂਢ 'ਚ ਕਨਸੈਂਟਰੇਸ਼ਨ ਕੈਂਪ ਸੀ, ਲੱਖਾਂ ਲੋਕ ਮਾਰੇ ਜਾ ਰਹੇ ਸੀ ਤੇ ਲੋਕਾਂ ਨੂੰ ਉਹਨਾਂ ਨੇ ਇਹ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਉੱਥੇ ਅਸੀਂ ਮ੍ਰਿਤੂਆਂ ਹੋਣ ਦੇ ਰਹੇ ਹਾਂ। ਉਹਨਾਂ ਨੇ ਇੰਨਾ ਹੀ ਗੁਣਗਾਨ ਕੀਤਾ ਆਪਣੇ ਤੇ ਆਪਣੀ ਆਈਡੀਓਲੋਜੀ ਦਾ ਕਿ ਪਤਾ ਤਾਂ ਉਦੋਂ ਹੀ ਲੱਗਿਆ ਜਦੋਂ ਸਭ ਕੁਝ ਉੱਜੜ ਗਿਆ ਤੇ ਲੋਕਾਂ ਨੇ ਦੇਖਿਆ ਕਿ ਸਾਡੇ ਨਾਮ 'ਚ ਕੀ ਕੁਝ ਹੋ ਰਿਹਾ। ਇਹ ਜੋ ਬੀਜੇਪੀ ਸਿਆਸਤ ਕਰ ਰਹੀ ਹੈ, ਇਹ ਤੁਹਾਡੇ ਤੇ ਮੇਰੇ ਨਾਮ 'ਚ ਹੋ ਰਹੀ ਹੈ ਧਾਲੀਵਾਲ ਸਾਹਿਬ। ਇਟ ਇਜ਼ ਬੀਇੰਗ ਡਨ ਇਨ ਆਰ ਨੇਮਸ। ਤੇ ਆਪਾਂ ਨੂੰ ਇੱਕ ਥਾਪੜ ਕੇ ਕਹਿਣਾ ਚਾਹੀਦਾ ਕਿ ਨਾਟ ਇਨ ਆਰ ਨੇਮ। ਤੁਸੀਂ ਬੱਚੀਆਂ ਨਾਲ, ਤੁਸੀਂ ਦੇਖੋ ਕਿੰਨੇ ਧੜੱਲੇ ਨਾਲ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਰਗਾ ਐ ਫਿਰਦਾ ਕਿ ਪਤਾ ਹੀ ਨਹੀਂ, ਉਹਨੂੰ ਡਰ ਹੀ ਨਹੀਂ ਕਿਸੇ ਚੀਜ਼ ਦਾ। ਤੇ ਜਦੋਂ ਇੱਕ ਟ੍ਰੈਂਡ ਸੈੱਟ ਹੋ ਜਾਂਦਾ, ਇੱਕ ਪ੍ਰੈਸੀਡੈਂਟ ਸੈੱਟ ਹੋ ਜਾਂਦਾ ਕਿ ਤੁਸੀਂ ਇਹ ਕਰ ਸਕਦੇ ਹੋ, ਯੂ ਕੈਨ ਗੈਟ ਅਵੇ ਵਿਦ ਇਟ। ਤੇ ਫਿਰ ਅੱਜ ਉਹ ਜਿਹੜੇ ਸੀਐਮ ਹੈ ਮਨੀਪੁਰ ਦੇ, ਉਹ ਇੰਨੀ ਜ਼ਿਆਦਾ ਬਾਇਸਡ ਹੈ ਕਿ ਉਹ ਸ਼ਰੇਆਮ ਕਹਿ ਰਹੇ ਕਿ ਮੈਂ ਇੱਧਰਲੀ ਕਮਿਊਨਿਟੀ ਉਧਰਲੀ ਪਰੇ। ਸ਼ੁਰੂ ਦੇ ਵਿੱਚ ਗਰੇਵਾਲ ਸਾਹਿਬ ਗੱਲ ਕਹੀ ਸੀ, ਇੱਕ ਸਾਈਡ ਤਾਂ ਮੁਲਕ ਦੇ ਵਿੱਚ ਇਹੋ ਜਿਹੀ ਘਿਨਾਉਣੀ ਹਰਕਤਾਂ ਹੋ ਰਹੀਆਂ ਨੇ, ਰੇਪ ਹੋ ਰਹੇ ਆ, ਦੂਜੇ ਪਾਸੇ ਰੇਪ ਵਿਕਟਿਮਸ ਨੂੰ ਬੇਲਸ ਮਿਲ ਰਹੀਆਂ ਨੇ। ਤੁਸੀਂ ਵਰਤਾਰਾ ਦੇਖੋ ਕਿ ਕੀ ਵਾਪਰ ਰਿਹਾ, ਪੈਰਲਲ ਬੇਲਸ ਮਿਲ ਰਹੀਆਂ ਨੇ। ਸਰ ਪਤਾ ਕੀ ਹੈ, ਦੇਖੋ ਇੱਕ ਕਲਚਰ ਹੁੰਦਾ, ਇੱਕ ਕਲਚਰ ਆਫ ਇੰਪਿਊਰਿਟੀ ਬਣਾਉਣਾ ਹੁੰਦਾ। ਜਦੋਂ ਪ੍ਰਧਾਨ ਮੰਤਰੀ ਦੇਸ਼ ਦੇ ਖੜੇ ਹੋ ਕੇ ਸਪੀਚ ਦੇ ਰਹੇ ਹੈ ਤੇ ਇਹ ਕਹਿ ਰਹੇ ਕਿ ਨਗਾਈयों का कपड़े देख के पता लग जाता है, ਇਹਦਾ ਮਤਲਬ ਤੁਸੀਂ ਸ਼ਰੇਆਮ ਲੋਕਾਂ ਨੂੰ ਇੱਕ ਮੈਸੇਜ ਦੇ ਰਹੇ ਹੋ ਨਾ ਕਿ ਉਹ ਦੰਗਾਈ ਨੇ, ਉਹਨਾਂ ਨਾਲ ਜੋ ਵੀ ਕੁਝ ਕਰਾਂਗੇ, ਉਹਨਾਂ ਦੀਆਂ ਧੀਆਂ ਭੈਣਾਂ ਨਾਲ ਜੋ ਵੀ ਕੁਝ ਕਰਾਂਗੇ ਉਹ ਜਾਇਜ਼ ਹੈ। ਇਹ ਤਾਂ ਤੁਸੀਂ ਮੈਸੇਜ ਦੇ ਰਹੇ ਹੋ ਨਾ। ਜਦੋਂ ਤੁਸੀਂ ਰੇਪਿਸਟ ਨੂੰ ਸਟੇਜ ਤੇ ਚੜਾ ਕੇ ਹਾਰ ਪਵਾਉਂਦੇ ਹੋ,
ਧਾਲੀਵਾਲ ਸਾਹਿਬ ਕੀ ਮੈਸੇਜ ਜਾਂਦਾ। ਐਂਡ ਜਿਹੜੇ ਲੋਕ ਇਹੋ ਜਿਹੀ ਨਫ਼ਰਤ ਟਵਿੱਟਰ ਤੇ ਜਾਂ ਸੋਸ਼ਲ ਮੀਡੀਆ ਤੇ ਫੈਲਾਉਂਦੇ ਆ, ਤੁਸੀਂ ਯਕੀਨ ਮੰਨੋ ਪ੍ਰਧਾਨ ਮੰਤਰੀ ਜੀ ਇਹੋ ਜਿਹੇ ਲੋਕਾਂ ਨੂੰ ਫੋਲੋ ਕਰਦੇ ਆ। ਜਦੋਂ ਇੱਕ ਬੰਦਾ ਮਤਲਬ ਤੁਸੀਂ ਦੇਖੋ ਜੀ ਕਿਸ ਹੱਦ ਤੱਕ ਇਹਨਾਂ ਨੇ ਧਰਮ ਨੂੰ ਮਤਲਬ ਜਿਹਨਾਂ ਆਪਾਂ ਕਹੀਏ ਨਾ ਆਪਣੇ ਤਰੀਕੇ ਨਾਲ ਹਾਈਜੈਕ ਕਰ ਲਿਆ ਕਿ ਉਹ ਆਦਿ ਪੁਰਸ਼ ਵਰਗੀ ਘਟੀਆ ਫਿਲਮ ਉਹ ਬਣਾਉਣ ਵਾਲਾ ਬੰਦਾ ਜਿਹੜਾ ਸ਼ਰੇਆਮ ਜਿਹਦੇ ਡਾਇਲੌਗ ਹੀ ਹੈ ਜਿਸ ਕਿ ਬੰਦੇ ਨੂੰ ਸ਼ਰਮ ਆਉਂਦੀ ਹੈ। ਸਾਡੀ ਰੋਮਾਂਟ ਤਾਂ ਬਹੁਤ ਸੋਹਣੀ ਸੀ ਜੀ ਜਿਹੜੀ ਅਸੀਂ ਟੀਵੀ ਤੇ ਦੇਖਦੇ ਹੁੰਦੇ ਸੀਗੇ। ਉਹ ਬੰਦਾ ਪ੍ਰਧਾਨ ਮੰਤਰੀ ਤੋਂ ਬਿਨਾਂ ਅਪਾਇੰਟਮੈਂਟ ਦੇ ਮਿਲ ਰਿਹਾ। ਇਹਦਾ ਮਤਲਬ ਕੀ ਹੈ? ਪ੍ਰਧਾਨ ਮੰਤਰੀ ਨੂੰ ਤੁਸੀਂ ਮੈਂ ਬਿਨਾਂ ਅਪਾਇੰਟਮੈਂਟ ਦੇ ਮਿਲ ਸਕਦੇ ਹੋ ਸਰ? ਇਹਦਾ ਮਤਲਬ ਇਹ ਹੈ ਕਿ ਉਹ ਇਹਨਾਂ ਦਾ ਆਈਡੀਆ ਪ੍ਰੋਪੋਗੇਟ ਕਰਦਾ ਹੈ ਤੇ ਇਹ ਉਹਨੂੰ ਅਪਰੂਵ ਕਰਦੇ ਆ। ਤੇ ਜਦੋਂ ਨਫ਼ਰਤ ਨੂੰ ਅਪਰੂਵ ਕਰਨ ਵਾਲੇ ਦੇਸ਼ ਦੇ ਸਭ ਤੋਂ ਵੱਡੀਆਂ ਪੋਸਟਾਂ ਤੇ ਬੈਠੇ ਹੋਣ ਸਰ, ਤਾਂ ਫਿਰ ਹਰ ਸ਼ਾਖ ਤੇ ਉੱਲੂ ਬੈਠਾ ਹੈ, ਅੰਜਾਮੇ ਗੁਲਸਤਾਂ ਕਿਆ ਹੋਗਾ। ਹੁਣ ਤਾਂ ਇਹਨਾਂ ਦਾ ਕੰਡਾ ਕੱਢਣਾ ਪੈਣਾ। ਜੇ ਦੇਸ਼ ਬਚਾਉਣਾ ਤਾਂ ਆਪਾਂ ਨੂੰ ਸਭ ਨੂੰ ਇਕੱਠੇ ਹੋਣਾ ਪੈਣਾ। ਮੈਂ ਤਾਂ ਇਹ ਮੰਨਣਾ ਜੀ। ਗਰੇਵਾਲ ਸਾਹਿਬ, ਮੈਂ ਤਾਂ ਇਹ ਗੱਲ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰੂੰਗਾ। ਤੁਸੀਂ ਕਹਿ ਰਹੇ ਹੋ ਪ੍ਰਧਾਨ ਮੰਤਰੀ ਨੂੰ ਤੁਸੀਂ ਨਹੀਂ ਮਿਲ ਸਕਦੇ, ਬਾਕੀ ਕੁਝ ਖਾਸ ਲੋਕ ਮਿਲ ਸਕਦੇ ਆ, ਔਰ ਪ੍ਰਧਾਨ ਮੰਤਰੀ ਦੀ ਹਰ ਪੱਤਰਕਾਰ ਇੰਟਰਵਿਊ ਨਹੀਂ ਕਰ ਸਕਦਾ, ਪਰ ਕੋਈ ਕਲਾਕਾਰ ਜ਼ਰੂਰ ਇੰਟਰਵਿਊ ਕਰ ਸਕਦਾ ਹੈ ਨਾ। ਮੈਂ ਤਾਂ ਇੱਥੋਂ ਇਹ ਕਹਿਣ ਤੋਂ ਕੋਈ ਗਰੇਜ਼ ਨਹੀਂ ਹੈ। ਤੇ ਕੋਈ ਸਾਡਾ ਤਾਂ ਹੁਣ ਕੀ ਲੈ ਜਾਊਗਾ ਹੈ ਨਾ। ਸਾਡੇ ਨਾਲ ਦੇ ਕਹਿੰਦਾ ਵੇ ਅੱਗੇ ਮਹਿਲ ਲੈ ਕੇ ਇਸ ਦੇ ਪੁੱਲੀ ਦੇ ਕੱਖ ਵੀ ਸਾੜ ਦਿੱਤੇ। ਇਸ ਤਾਂ ਉਹੀ ਬਿਰਤੀ ਦੇ ਕੱਖ ਵੀ ਸਾੜਦੇ। ਹਾਂ ਠੀਕ ਹੈ ਸੰਧੂ ਸਾਹਿਬ, ਗੱਲ ਇਹ ਆ ਵੀ ਕੀ ਪੋਲੀਟੀਕਲ ਪਾਰਟੀਆਂ ਦੀ ਪੋਲੀਟੀਕਲ ਆਈਡੀਓਲੋਜੀ ਅਲਾਉ ਨਹੀਂ ਕਰ ਰਹੀ ਵੀ ਪ੍ਰੈਜ਼ੀਡੈਂਟ ਰੂਲ ਦੀ ਡਿਮਾਂਡ ਕਰੋ? ਨਹੀਂ, ਇਹ ਤੇ ਦੇਖੋ ਇਹ ਗੱਲ ਕਰਨੀ ਪਊਗੀ, ਵੇਖਣਾ ਹੋਊਗਾ ਵੀ ਇਹ ਵਾਕਈ। ਕਿਉਂਕਿ ਮੈਂ ਤਾਂ ਸਵਾਲ ਕੀਤਾ ਦੂਰੀ ਯਾਰਾਂ ਵੀ ਕਿਸੇ ਨੇ ਡਿਮਾਂਡ ਨਹੀਂ ਕੀਤੀ, ਕਿਸੇ ਪੋਲੀਟੀਕਲ ਪਾਰਟੀ ਨੇ ਡਿਮਾਂਡ ਨਹੀਂ ਕੀਤੀ। ਕੋਈ ਸ਼ੱਕ ਨਹੀਂ, ਬਿਲਕੁਲ ਤੁਸੀਂ ਬੜਾ ਵਾਜਬ ਕੁਐਸਚਨ ਪੁੱਛਿਆ। ਕੋਈ ਸ਼ੱਕ ਨਹੀਂ, ਮੇਰੇ ਵੀ ਮਨ 'ਚ ਗੱਲ ਖੜਦੀ ਆ ਵੀ ਇਹ ਕਿਉਂ ਨਹੀਂ ਕੀਤੀ। ਤੇ ਇਹਦੇ ਬਾਰੇ ਵੇਖੋ ਮੈਂ ਖੁੱਲ ਕੇ ਨਹੀਂ ਤੁਹਾਨੂੰ ਦੱਸ ਸਕਦਾ ਕਿਉਂਕਿ ਗੱਲ ਕੋਈ ਚੰਗੀ ਤਰ੍ਹਾਂ ਹੋਈ ਨਹੀਂ। ਪਰ ਮੇਰੇ ਹਿਸਾਬ ਨਾਲ ਵਾਕਈ ਇਹ ਡਿਮਾਂਡ ਕਰਨੀ ਚਾਹੀਦੀ, ਕਿਉਂਕਿ ਜਦੋਂ ਦੂਜੀਆਂ ਸਟੇਟਾਂ 'ਚ ਇਹੋ ਜਿਹੀ ਗੱਲ ਆ ਜਾਂਦੀ ਹੈ ਤੇ ਉੱਥੇ ਜਿਹੜਾ ਰਾਸ਼ਟਰਪਤੀ ਰਾਜ ਲੱਗ ਜਾਂਦਾ। ਪਰ ਗੱਲ ਪਤਾ ਕੀ ਹੈ, ਵੇਖੋ ਧਾਰੀਵਾਲ ਜੀ, ਮੈਂ ਤੁਹਾਨੂੰ ਦੱਸਾਂ, 2 ਤੇ ਸਾਰੀਆਂ ਉੱਥੇ ਕੁੱਲ ਮਿਲਾ ਕੇ ਸੀਟਾਂ ਨੂੰ ਲੱਗਾ। ਉਹ ਮੋਦੀ ਸਾਹਿਬ ਵੀ ਕਹਿੰਦੇ ਵੀ ਉੱਥੇ ਆਪਾਂ ਕਰਨਾ ਤੇ ਕਰਨਾ ਕੀ ਹੈ। ਇਹੋ ਹੀ ਪ੍ਰਮਾਤਮਾ ਨਾ ਕਰੇ ਕਿਸੇ ਵੱਡੀ ਸਟੇਟ 'ਚ ਇਹੋ ਜਿਹਾ ਕਾਂਡ ਹੋਇਆ ਹੁੰਦਾ ਤੇ ਵੇਖੋ ਸਵੇਰੇ ਹੀ ਸਭ ਕੁਝ ਦਮ ਹੋ ਜਾਣਾ ਸੀ। ਆਪਾਂ ਵੇਖਦੇ ਹਾਂ ਯੂਪੀ 'ਚ ਕੀ ਹੁੰਦਾ, ਤੁਸੀਂ ਵੇਖ ਲਓ, ਮਿੰਟੋ ਮਿੰਟੀ ਬੁਲਡੋਜ਼ਰ ਲੱਗ ਅਗਲੇ ਦਾ ਘਰ ਢਾਹ ਹੁੰਦੇ ਆ, ਮਿੰਟੋ ਮਿੰਟੀ 2 ਮਿੰਟ ਵੀ ਨਹੀਂ ਲੱਗਦੇ ਅਗਲੇ ਦਾ ਘਰ ਢਾਹ ਹੁੰਦੇ ਆ। ਤੇ ਕੀ ਕਹਿੰਦੇ ਆ ਜੀ, ਇਹ ਜਿਹੜਾ ਇਹ ਠੀਕ ਨਹੀਂ ਸੀਗਾ ਕਾਰਪੋਰੇਸ਼ਨ ਦਾ ਨਕਸ਼ਾ ਤੇ ਜਾਂ ਇਹਨੇ ਇਨਕਰੋਚਮੈਂਟ ਕੀਤੀ ਤਾਂ ਢਾਹ। ਮਤਲਬ ਤੁਸੀਂ ਵੇਖ ਲਿਆ ਵੀ ਸਰਕਾਰ ਜਿਹੜੀ ਆ ਉਹ ਕੁਝ ਵੀ ਕਰ ਸਕਦੀ ਹੈ, ਤੇ ਜੇ ਉੱਥੇ ਕੁਝ ਵੀ ਕਰ ਸਕਦੀ ਇੱਥੇ ਕੁਝ ਨਹੀਂ ਕਰ ਸਕਦੀ। ਪਰ ਗੱਲ ਤੇ ਫਿਰ ਉਹੀ ਹੈ ਨਾ, ਵੇਖੋ ਮਾਰਮਿਕ ਅਪੀਲ ਕੀਤੀ ਸਾਡੀਆਂ 2 ਖਿਡਾਰਨ, ਮੈਰੀ ਕਾਮ ਸਾਡੀ ਆਈਡੀਅਲ ਆ, 2 ਬੇਟੀਆਂ ਹੋਣ ਦੇ ਬਾਵਜੂਦ ਵੀ ਉਹਨੇ ਮੈਡਲ ਜਿੱਤ ਕੇ ਲਿਆਂਦੇ। ਉਹਨੇ ਵੀ ਅਪੀਲ ਕੀਤੀ ਵੀ ਸਾਡੇ ਮਣੀਪੁਰ ਨੂੰ ਬਚਾ ਲਓ, ਕੋਈ ਅਸਰ ਨਹੀਂ। ਕੁਮਾਰੀ ਚਾਨੂ ਆ ਸਾਡੀ, ਉਹਨੇ ਵੀ ਅਪੀਲ ਕੀਤੀ, ਕੋਈ ਅਸਰ। ਮਤਲਬ ਔਰਤਾਂ ਆਪ ਅੱਗੇ ਆ ਕੇ ਇੰਡੀਆ ਸਾਡੇ ਇਹ ਕਰ ਰਹੀਆਂ ਨੇ। ਔਰ ਤੁਸੀਂ ਪਿਛਲੇ ਦਿਨ ਵੇਖ ਲਿਆ ਖਿਡਾਰੀਆਂ, ਸਾਡੇ ਖਿਡਾਰਨਾਂ ਵਿਚਾਰੀਆਂ ਹੰਬ ਹਾਰ ਕੇ ਉਹ ਚਲੀਆਂ ਗਈਆਂ, ਕੋਈ ਇੱਥੇ ਸੁਣਵਾਈ ਨਹੀਂ ਹੋਈ। ਫਿਰ ਕੀ ਇਸ ਦੇਸ਼ ਦਾ ਆਪਾਂ ਕੀ ਕਰਾਂਗੇ? ਕਿੱਥੇ ਆਪਾਂ ਆਜ਼ਾਦ ਆ? ਆਪਾਂ ਆਜ਼ਾਦ ਤੇ ਰਹਿਣਾ ਹੋਏ। ਫਿਰ ਇਹਦਾ ਮਤਲਬ ਹੈ ਵੀ ਇੱਕ ਪਾਰਟੀ ਦਾ ਕਬਜ਼ਾ, ਵਿਪਕਸ਼ ਨੂੰ ਕਹਿੰਦੇ ਵੀ ਤੁਸੀਂ ਚੁੱਪ ਕਰ ਜਾਓ, ਬੋਲੋ ਹੀ ਨਾ। ਅਸਲ 'ਚ ਹੁੰਦਾ ਸੀ ਵਿਪਕਸ਼ ਜਦੋਂ ਅਟਲ ਬਿਹਾਰੀ ਵਾਜਪਾਈ ਜੀ ਹੁੰਦੀ ਸੀ, ਜਦੋਂ ਮਨਮੋਹਨ ਸਿੰਘ ਜੀ ਹੁੰਦੇ ਸੀ, ਜਦੋਂ ਇੰਦਰਾ ਗਾਂਧੀ ਜੀ ਹੁੰਦੀ ਸੀ, ਉਦੋਂ ਤੁਸੀਂ ਵੇਖਿਆ ਉਦੋਂ ਹੁੰਦੇ ਸੀ। ਉਦੋਂ ਰਾਸ਼ਟਰਪਤੀ ਆਪਣਾ ਇੱਕ ਵਾਰੀ ਇਹਨਾਂ ਨੂੰ ਇਲਾਜ ਵਾਸਤੇ ਅਟਲ ਬਿਹਾਰੀ ਵਾਜਪਾਈ ਨੂੰ ਇੰਦਰਾ ਗਾਂਧੀ ਜੀ ਨੇ ਬਾਹਰ ਵੀ ਭੇਜਿਆ ਸੀ ਵੀ ਜਾਓ, ਤੁਸੀਂ ਜਾਓ ਬਾਹਰ, ਸਾਡੇ ਡੈਲੀਗੇਸ਼ਨ ਲੈ ਕੇ ਜਾਓ। ਉਹ ਸੀ ਵਿਪਕਸ਼। ਜਦੋਂ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਉਦੋਂ ਸੀ ਵਿਪਕਸ਼। ਹੁਣ ਕਹਿੰਦਾ ਵਿਪਕਸ਼ ਤੇ ਪਕਸ਼ ਰਹਿ ਗਿਆ। ਹੁਣ ਤੇ ਕਹਿੰਦਾ ਵੀ ਜਿਹੜਾ ਮੈਂ ਬਹਿ ਗਿਆ ਮੇਰੇ ਹੱਥ ਡੰਡਾ, ਜੋ ਮੈਂ ਕਹੂੰਗਾ ਤੁਹਾਨੂੰ ਸਭ ਨੂੰ ਮੰਨਣਾ ਪਊ। ਇਹ ਗੱਲਾਂ ਇਹ ਜਿਹੜੀਆਂ ਇਹ ਗੱਲਾਂ ਬਿਲਕੁਲ ਠੀਕ ਨਹੀਂ। ਦੇਸ਼ ਸਾਰਾ ਸੜਨ ਡਿਆ ਸੀ ਹਨਾ ਮਣੀਪੁਰ, ਤੇ ਪ੍ਰਧਾਨ ਮੰਤਰੀ ਜੀ 8 ਦੇਸ਼ਾਂ ਦੇ ਆਪਣੇ ਦੌਰੇ ਕਰਨ। ਠੀਕ ਹੈ, ਤੁਸੀਂ ਸੋਚੋ ਵੀ ਪਰ ਮੇਰੇ ਘਰ ਨੂੰ ਅੱਗ ਲੱਗੀ ਹੋਵੇ ਤੇ ਮੈਂ ਕਿਤੇ ਹੋਰ ਜਾ ਕੇ ਕਿਸੇ ਸਮਾਗਮ ਵਿੱਚ ਹਿੱਸਾ ਲੈ ਸਕਦਾ ਜਾਂ ਤੁਸੀਂ ਲੈ ਸਕਦੇ? ਸਭ ਤੋਂ ਪਹਿਲਾਂ ਅਸੀਂ ਸਾਰਾ ਜੋ ਹੱਥ ਸਾਡਾ ਵੀ ਇਹ ਆਪਣਾ ਘਰ ਪਹਿਲਾਂ ਬਚਾਵਾਂ। ਪਰ ਨਹੀਂ, ਇੱਥੇ ਕੋਈ ਦੇਸ਼ ਨੂੰ ਇੰਨੀ ਇਹਨਾਂ ਨੂੰ ਫਿਕਰ ਆ ਵੀ ਅਸੀਂ ਗਾਂ ਜਿਹੜੀ ਆ 5 ਸਾਲ ਦੀ ਟਰਮ ਕਿਸ ਤਰ੍ਹਾਂ ਕਰਨੀ, ਬਾਈ ਹੁੱਕ ਔਰ ਬਾਈ ਕਰੁੱਕ ਅਸੀਂ ਕਰਨੀ ਹੈ, ਉਹਦੇ ਵਾਸਤੇ ਬਿਲਕੁਲ। ਔਰ ਗੱਲ ਇਹ ਵੀ ਹੈ ਨਾ ਵੀ ਜਿਸ ਮੁਲਕ ਦਾ ਜਿਹਦਾ ਨਾਰਾ, ਜਿਹਦਾ ਏਜੰਡਾ, ਜਿਹਦੀ ਡੈਮੋਗ੍ਰਾਫਿਕ ਕੰਡੀਸ਼ਨ ਨੂੰ ਅਸੀਂ ਦੇਖੀਏ ਔਰ ਜਿਹਦੀ ਗ੍ਰਾਮਰ ਹੀ ਇਹ ਹੈ, ਜਿਹਦੇ ਸਲੋਗਨ ਹੀ ਇਹ ਹੈ ਕਿ ਅਨੇਕਤਾ ਵਿੱਚ ਏਕਤਾ, ਜਿਹਦੇ ਵਿੱਚ ਅਨੇਕਾਂ ਧਰਮਾਂ, ਜਾਤਾਂ, ਮਜ਼ਹਬਾਂ ਦੇ ਲੋਕ ਰਹਿੰਦੇ ਆ, ਜਿਹਨੂੰ ਅਨੇਕਾਂ ਜਾਤਾਂ, ਮਜ਼ਹਬਾਂ, ਧਰਮਾਂ ਦਾ ਗੁਲਦਸਤਾ ਕਿਹਾ ਗਿਆ। ਆਖਿਰ ਫਿਰ ਉਹਦੇ ਵਿੱਚ ਘੱਟ ਗਿਣਤੀਆਂ ਵਾਲੇ ਫਿਰਕਿਆਂ ਦੀਆਂ ਜਿਹੜੀਆਂ ਕਲਮਾਂ ਨੇ ਉਹਨਾਂ ਨੂੰ ਕਿਉਂ ਕੁਮਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਅੱਜ ਇਹ ਸਵਾਲ ਸਾਡੇ ਸਾਹਮਣੇ, ਸਾਰਿਆਂ ਦੇ ਸਾਹਮਣੇ ਬਹੁਤ ਵੱਡਾ ਹੈ। ਤੇ ਅਖੀਰ ਦੇ ਵਿੱਚ ਮੈਂ ਤੁਹਾਡਾ ਧੰਨਵਾਦ ਕਰੂੰਗਾ ਕਿ ਤੁਸੀਂ ਆਏ ਚਰਚਾ ਕਰਨ
ਤੇ ਇਸ ਲਈ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਜਿਹੜੇ ਨਹੀਂ ਵੀ ਆਏ ਉਹਨਾਂ ਦਾ ਹੋਰ ਵੀ ਧੰਨਵਾਦ। ਸ਼ਾਇਦ ਉਹਨਾਂ ਨੂੰ ਲੱਗਿਆ ਹੋਊਗਾ ਕਿ ਇਸ ਮਸਲੇ ਤੇ ਗੱਲ ਕਰਨੀ ਨਹੀਂ ਜ਼ਰੂਰੀ। ਅਖੀਰ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਦੀ ਸਪੋਕਸਮੈਨ ਡਿਬੇਟ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਭਲਕੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।